ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਰ ਮਲਾਰ ਕੀ ਮਹਿਲਾ ਪਹਿਲਾ, ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁਨ। ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਪਾਠ ਹੈ ਰਾਣੇ ਕੈਲਾਸ ਕੀ ਧੁਨ ਤਥਾ ਮਾਲ ਦੇ। ਕੈਲਾਸ਼ ਦਿਓ ਤੇ ਮਾਲ ਦਿਓ ਦੋ ਸੱਕੇ ਭਰਾ, ਜਹਾਂਗੀਰ ਬਾਦਸ਼ਾਹ ਦੇ ਬਾਜ਼ਗੁਜ਼ਾਰ ਜੰਮੂ ਕਸ਼ਮੀਰ ਦੇ ਰਾਜੇ ਸਨ। ਉਹਨਾਂ ਵੱਲੋਂ ਬਾਦਸ਼ਾਹ ਨੂੰ ਖਤਰਾ ਰਹਿੰਦਾ ਸੀ, ਇਸ ਲਈ ਉਹਨਾਂ ਦੀ ਤਾਕਤ ਨੂੰ ਕਮਜ਼ੋਰ ਕਰਨ ਲਈ ਬਾਦਸ਼ਾਹ ਨੇ ਕਿਸੇ ਨੂੰ ਵਿੱਚ ਭੇਤੀ ਪਾ ਕੇ ਭਰਾਵਾਂ ਨੂੰ ਆਪਸ ਵਿੱਚ ਲੜਾ ਦਿੱਤਾ। ਇਹਨਾਂ ਦਾ ਆਪਸ ਵਿੱਚ ਘਮਸਾਨ ਦਾ ਜੰਗ ਹੋਇਆ, ਜਿਸ ਵਿੱਚ ਮਾਲਦੇਵ ਦੀ ਜਿੱਤ ਹੋਈ ਅਤੇ ਕੈਲਾਸ਼ ਦੇਵ ਕੈਦ ਹੋ ਗਿਆ। ਪਰ ਮਾਲਦੇਵ ਨੇ ਹਾਰੇ ਹੋਏ ਭਰਾ ਨਾਲ ਉਵੇਂ ਦਾ ਸਲੂਕ ਕੀਤਾ ਜਿਵੇਂ ਸਿਕੰਦਰ ਨੇ ਪੋਰਸ ਨਾਲ, ਯਾਨੀ ਉਸ ਨੂੰ ਅੱਧਾ ਰਾਜ ਭਾਗ ਵਾਪਸ ਦੇ ਦਿੱਤਾ। ਢਾਡੀਆਂ ਨੇ ਇਸ ਜੰਗ ਦੀ ਵਾਰ ਪੰਜਾਬੀ ਵਿੱਚ ਆਖੀ, ਜਿਸ ਦੀ ਧਾਰਨਾ ਤੇ ਇਹ ਵਾਰ ਗਾਉਣੀ ਲਿਖੀ ਹੈ। ਉਹਨਾਂ ਦੀ ਵਾਰ ਦਾ ਨਮੂਨਾ ਪੌੜੀ ਦਾ ਇਸ ਤਰ੍ਹਾਂ ਹੈ। ਧਰਤ ਘੋੜਾ ਪਰਬਤ ਪਲਾਨ ਸਿੱਖ ਸਿਰ ਟੱਟਰ ਅੰਬਰ, 900 ਨਦੀ 99 ਰਾਣਾ ਜਲ ਕੰਬਰ, ਟੁੱਕਾ ਜਾਏ ਅਮੀਰ ਦੇਵ ਕਰ ਮੇਘ ਅਡੰਬਰ, ਆਣਿਤ ਖੰਡਾ ਰਾਣਿਆ ਕੈਲਾਸ਼ੇ ਅੰਦਰ, ਬਿਜਲੀ ਜਿਉਂ ਚਮਕਾਣੀਆਂ ਤੇਗਾਂ ਵਿੱਚ ਅੰਬਰ, ਮਾਲ ਦਿਓ ਕੈਲਾਸ਼ ਨੂੰ ਬੱਧਾ ਕਰ ਸੰਬਰ, ਫਿਰ ਅੱਧਾ ਤਨਮਲ ਦੇ ਛੱਡਿਆ ਗੜ ਅੰਦਰ, ਮਾਲ ਦਿਓ ਜਸ ਖੱਟਿਆ ਵਾਂਗ ਸ਼ਾਹ ਸਿਕੰਦਰ। ਇਸ ਵਾਰ ਦੀ ਧੁਨ ਦੇ ਉੱਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਵਾਰ ਨੂੰ ਗਾਉਣ ਦੀ ਹਿਦਾਇਤ ਕੀਤੀ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਹੈ ਇੱਕ ਅਦੁੱਤੀ, ਇੱਕ ਸਰਬ ਵਿਆਪਕ ਪਰਮ ਸੱਤਿਆ, ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਉਤਪਤੀ ਲੈਤਾ ਪਾਲਣਾ ਔਰ ਸੰਚਾਲਨ ਹੋ ਰਿਹਾ ਹੈ, ਜਿਸ ਦਾ ਇਹ ਦਿਸਦਾ ਜਗਤ ਸਾਰਾ ਪ੍ਰਤੱਖ ਰੂਪ ਹੈ। ਸਤ ਤੋਂ ਭਾਵ ਸदैव ਜੋ ਅਬਿਨਾਸ਼ੀ ਹੈ। ਗੁਰ ਪ੍ਰਸਾਦ ਤੋਂ ਭਾਵ ਗੁਰੂ ਦੀ ਰਹਿਮਤ ਔਰ ਬਖਸ਼ਿਸ਼ ਦੇ ਨਾਲ ਐਸੇ ਪ੍ਰਭੂ ਦੇ ਨਾਲ ਅਭੇਦਤਾ ਪ੍ਰਾਪਤ ਹੁੰਦੀ ਹੈ। ਸ਼ਲੋਕ ਮਹਿਲਾ ਤੀਜਾ। ਗੁਰ ਮਿਲਿਆ ਮਨ ਰਹੱਸੀਐ, ਜਿਉ ਵੁੱਠੈ ਧਰਨ ਸਿੰਗਾਰ। ਗੁਰ ਮਿਲਿਆ ਦਾ ਮਤਲਬ ਗੁਰੂ ਦੇ ਮਿਲਨ ਕਰਕੇ ਜੇ ਗੁਰੂ ਮਿਲ ਪਏ। ਰਹੱਸੀਐ ਦਾ ਮਤਲਬ ਖਿੜ ਪੈਂਦਾ ਹੈ। ਵੁੱਠੇ ਦਾ ਮਤਲਬ ਮੀਂਹ ਵਸਿਆ। ਧਰਤ ਦਾ ਮਤਲਬ ਧਰਤੀ। ਤਾਂ ਜਿਵੇਂ ਮੀਂਹ ਪੈਣ ਦੇ ਨਾਲ ਧਰਤੀ ਖਿੜ ਪੈਂਦੀ ਹੈ, ਧਰਤੀ ਦੀ ਸਜਾਵਟ ਬਣ ਜਾਂਦੀ ਹੈ, ਚਾਰ ਚੁਫੇਰੇ ਹਰਿਆਵਲ ਫੈਲਦੀ ਹੈ, ਇਸੇ ਤਰ੍ਹਾਂ ਜੇ ਗੁਰੂ ਮਿਲ ਪਏ ਤਾਂ ਮਨ ਦੇ ਅੰਦਰ ਰਹੱਸ ਪੈਦਾ ਹੁੰਦਾ ਹੈ, ਖੇੜਾ ਪੈਦਾ ਹੁੰਦਾ ਹੈ, ਮਨ ਦੇ ਅੰਦਰ ਖੁਸ਼ੀਆਂ ਪੈਦਾ ਹੁੰਦੀਆਂ ਨੇ, ਚੜ੍ਹਦੀ ਕਲਾ ਪੈਦਾ ਹੁੰਦੀ ਹੈ ਔਰ ਜੀਵਨ ਦੇ ਅੰਦਰ ਗੁਣ ਪੈਦਾ ਹੁੰਦੇ ਨੇ। ਜਿਵੇਂ ਮੀਂਹ ਵਸਣ ਦੇ ਨਾਲ ਧਰਤੀ ਖਿੜ ਪੈਂਦੀ ਹੈ, ਤਿਵੇਂ ਗੁਰੂ ਦੇ ਮਿਲਾਪ ਕਰਕੇ ਮਨ ਦੇ ਅੰਦਰ ਚੜ੍ਹਦੀ ਕਲਾ ਪੈਦਾ ਹੁੰਦੀ ਹੈ। ਸਭ ਦਿਸੈ ਹਰਿਆਵਲੀ, ਸਰ ਭਰੇ ਸੁਭਰ ਤਾਲ। ਸੁਭਰ ਦਾ ਮਤਲਬ ਚੰਗੀ ਤਰ੍ਹਾਂ ਨਕਾ ਨਕ, ਸਰ ਦਾ ਮਤਲਬ ਸਰੋਵਰ, ਤਾਲ ਦਾ ਮਤਲਬ ਤਲਾਬ। ਜਿਵੇਂ ਬਰਸਾਤ ਪੈਣ ਦੇ ਨਾਲ ਸਾਰੀ ਧਰਤੀ ਹਰਿਆਵਲੀ ਦਿਸਦੀ ਹੈ, ਚਾਰ ਚੁਫੇਰੇ ਹਰਿਆਵਲ ਫੈਲ ਜਾਂਦੀ ਹੈ ਔਰ ਜਿੰਨੇ ਵੀ ਸਰੋਵਰ ਨੇ, ਤਲਾਬ ਨੇ, ਉਹ ਨਕਾ ਨਕ ਭਰ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਗੁਰੂ ਦਾ ਮਿਲਾਪ ਹੁੰਦਾ ਹੈ ਤਾਂ ਸਾਡੇ ਜਿੰਨੇ ਵੀ ਅਗਿਆਨ ਇੰਦਰੇ ਨੇ, ਇਹ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਜਾਂਦੇ ਨੇ ਔਰ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਪੈਦਾ ਹੁੰਦੀ ਹੈ। ਜਿਵੇਂ ਮੀਂਹ ਪੈਣ ਦੇ ਨਾਲ ਤਲਾਬ ਆਦਿਕ ਭਰ ਜਾਂਦੇ ਨੇ, ਖੁਸ਼ੀਆਂ ਖੇੜੇ ਪੈਦਾ ਹੁੰਦੇ ਨੇ, ਇਸੇ ਤਰ੍ਹਾਂ ਸਾਡੇ ਮਨ ਦੇ ਅੰਦਰ ਜਦੋਂ ਗੁਰੂ ਦਾ ਗਿਆਨ ਵਸਦਾ ਹੈ ਤਾਂ ਸਾਡਾ ਜੀਵਨ ਵੀ ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਖੇੜੇ ਪ੍ਰਸੰਨਤਾ ਬਣੀ ਰਹੇ ਤਾਂ ਸਾਨੂੰ ਗੁਰੂ ਦੇ ਨਾਲ ਮਿਲਣਾ ਚਾਹੀਦਾ ਹੈ, ਭਾਵ ਗੁਰ ਦਰਸਾਏ ਰਾਹਾਂ ਤੇ ਚੱਲਣਾ ਚਾਹੀਦਾ ਹੈ। ਅੰਦਰ ਰਚੈ ਸੱਚ ਰੰਗ, ਜਿਉ ਮਜੀਠੈ ਲਾਲ। ਅੰਦਰ ਰਚੈ, ਅੰਦਰ ਦਾ ਮਤਲਬ ਅੰਦਰਲਾ। ਜੇ ਹੁੰਦਾ ਨਾ ਸਾਡੇ ਅੰਦਰ, ਤਾਂ ਫਿਰ ਇਸ ਅੰਦਰ ਦੇ ਰਾਰੇ ਨਾਲ ਸਿਹਾਰੀ ਹੋਣੀ ਸੀ, ਫਿਰ ਉਹਦਾ ਅੰਦਰ ਹੋਣਾ ਸੀ ਅੰਦਰ ਵਿੱਚ। ਲੇਕਿਨ ਇੱਥੇ ਅੰਦਰ ਦੇ ਰਾਰੇ ਥੱਲੇ ਔਂਕੜ ਹੈ, ਇਸ ਲਈ ਇਹਦਾ ਮਤਲਬ ਹੈ ਅੰਦਰਲਾ।
ਅੰਦਰ ਰਚੈ ਸੱਚ ਰੰਗ, ਰੰਗ ਦੇ ਗੱਗੇ ਨਾਲ ਸਿਹਾਰੀ ਹੋਣ ਕਰਕੇ ਰੰਗ ਵਿੱਚ, ਤੇ ਸੱਚ ਦੇ ਚੱਚੇ ਥਲੇ ਔਂਕੜ ਨਹੀਂ ਹੈ। ਸੱਚ ਰੰਗ ਦਾ ਮਤਲਬ ਸੱਚ ਦੇ ਰੰਗ ਵਿੱਚ। ਅੰਦਰ ਰਚੈ ਸੱਚ ਰੰਗ, ਜਿਹੜਾ ਅੰਦਰਲਾ ਹੈ ਉਹ ਫਿਰ ਸੱਚ ਦੇ ਰੰਗ ਦੇ ਅੰਦਰ ਰੰਗਿਆ ਜਾਂਦਾ ਹੈ। ਜਿਉਂ ਮਜੀਠੇ ਲਾਲ, ਔਰ ਉਹਦੇ ਅੰਦਰ ਪ੍ਰੇਮ ਦਾ ਲਾਲ ਰੰਗ ਚੜ੍ਹਦਾ ਹੈ, ਤੇ ਮਜੀਠੇ ਦਾ ਮਤਲਬ ਪੱਕਾ ਰੰਗ ਜਿਹੜਾ ਕਦੇ ਉਤਰਦਾ ਨਹੀਂ। ਤੇ ਅੰਦਰਲਾ ਦਾ ਮਤਲਬ ਸਾਡੀ ਸੋਚ। ਜਦੋਂ ਗੁਰੂ ਮਿਲਦਾ ਹੈ, ਮਨ ਖਿੜਦਾ ਹੈ, ਤਾਂ ਮਨੁੱਖ ਦਾ ਜੋ ਅੰਦਰਲਾ ਹੈ, ਭਾਵ ਇਹਦਾ ਦਿਲ ਹੈ, ਹਿਰਦਾ ਹੈ, ਇਹਦੀ ਸੋਚ ਹੈ, ਸੱਚ ਦੇ ਰੰਗ ਅੰਦਰ ਰੰਗੀ ਜਾਂਦੀ ਹੈ, ਔਰ ਇਹਨੂੰ ਪਿਆਰ ਦਾ ਗੂੜਾ ਰੰਗ ਚੜ੍ਹਦਾ ਹੈ, ਔਰ ਉਹ ਸੱਚ ਦਾ ਪਿਆਰ ਦਾ ਰੰਗ ਕਦੇ ਉਤਰਦਾ ਨਹੀਂ ਹੈ। ਅਗਲਾ ਬਚਨ ਕਰਦੇ ਨੇ, ਕਮਲ ਵਿਗਸੈ ਸੱਚ ਮਨ, ਗੁਰ ਕੈ ਸ਼ਬਦ ਨਿਹਾਲ। ਇੱਥੇ ਮਨ ਦੇ ਨੰਨੇ ਨਾਲ ਸਿਹਾਰੀ, ਜਿਸ ਦਾ ਮਤਲਬ ਮਨ ਵਿੱਚ। ਵਿਗਸੈ ਦਾ ਮਤਲਬ ਖਿੜ ਪੈਂਦਾ ਹੈ, ਨਿਹਾਲ ਦਾ ਮਤਲਬ ਪ੍ਰਸੰਨ। ਉਹਦਾ ਹਿਰਦਾ ਕੌਲ ਖਿੜ ਪੈਂਦਾ ਹੈ। ਕਮਲ ਵਿਗਸੈ, ਉਹਦਾ ਹਿਰਦਾ ਕਮਲ ਖਿੜਦਾ ਹੈ। ਹਿਰਦਾ ਕਮਲ ਖਿੜਨ ਦਾ ਮਤਲਬ ਕਿ ਅੰਦਰ ਪੋਜ਼ਿਟਿਵਿਟੀ ਆਉਂਦੀ ਹੈ, ਅੰਦਰ ਸਕਾਰਾਤਮਕਤਾ ਆਉਂਦੀ ਹੈ, ਉਹਦੇ ਅੰਦਰ ਚੜ੍ਹਦੀ ਕਲਾ ਪੈਦਾ ਹੁੰਦੀ ਹੈ, ਉਸ ਮਨੁੱਖ ਦੇ ਅੰਦਰ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਸੱਚ ਮਨ, ਤੇ ਉਹਦੇ ਮਨ ਦੇ ਅੰਦਰ ਸੱਚ ਅਵਸਥਾ ਹੈ। ਗੁਰ ਕੈ ਸ਼ਬਦ ਨਿਹਾਲ, ਗੁਰ ਕੈ ਸ਼ਬਦ ਦਾ ਮਤਲਬ ਗੁਰੂ ਦੇ ਉਪਦੇਸ਼ ਰਾਹੀਂ, ਤੇ ਨਿਹਾਲ ਦਾ ਮਤਲਬ ਪ੍ਰਸੰਨ। ਉਹਦਾ ਮਨ ਹਮੇਸ਼ਾ ਹਮੇਸ਼ਾ ਪ੍ਰਸੰਨ ਰਹਿੰਦਾ ਹੈ। ਗੁਰੂ ਦੇ ਸ਼ਬਦ ਉਪਦੇਸ਼ ਮੁਤਾਬਕ ਜ਼ਿੰਦਗੀ ਜੀਣ ਨਾਲ ਮਨ ਹਮੇਸ਼ਾ ਪ੍ਰਸੰਨ ਰਹਿੰਦਾ ਹੈ। ਜਿਹੜਾ ਅੰਦਰਲਾ ਕਮਲ ਹੈ ਖਿੜਦਾ ਹੈ, ਭਾਵ ਅੰਦਰ ਵਿਗਾਸਤਾ ਪੋਜ਼ਿਟਿਵਿਟੀ ਆਉਂਦੀ ਹੈ, ਔਰ ਮਨ ਦੇ ਅੰਦਰ ਸੱਚ ਦਾ ਨਿਵਾਸ ਹੋ ਜਾਂਦਾ ਹੈ। ਇਹ ਹੈ ਗੁਰਮੁਖਾਂ ਦੀ ਗੱਲ। ਹੁਣ ਅਗਲੀ ਗੱਲ ਕਰਦੇ ਨੇ ਮਨਮੁਖ ਦੀ, ਜੋ ਆਪ ਖੁਦਰਾ ਹੈ। ਮਨਮੁਖ ਦੂਜੀ ਤਰਫ ਹੈ, ਵੇਖੋ ਨਦਰ ਨਿਹਾਲ। ਨਦਰ ਨਿਹਾਲ ਦਾ ਮਤਲਬ ਨੀਝ ਲਾ ਕੇ ਵੇਖੋ, ਤੇ ਦੂਜੀ ਤਰਫ, ਤਰਫ ਦਾ ਮਤਲਬ ਹੁੰਦਾ ਹੈ ਪਾਸਾ, ਦੂਜੀ ਸਾਈਡ। ਜਿਵੇਂ ਸਿੱਕੇ ਦਾ ਇੱਕ ਪਾਸਾ, ਉਹਦੇ ਤੇ ਕੋਈ ਹੋਰ ਤਸਵੀਰ ਹੈ, ਤੇ ਉਹਦਾ ਦੂਜਾ ਪਾਸਾ, ਉਹਦੇ ਤੇ ਕੁਝ ਹੋਰ ਹੈ। ਜਿਵੇਂ ਕੈਸਟਾਂ ਹੁੰਦੀਆਂ ਸੀ ਨਾ ਪਹਿਲਾਂ, ਤਾਂ A ਸਾਈਡ ਦੇ ਅੰਦਰ ਕੋਈ ਹੋਰ ਸੀ, ਤੇ B ਸਾਈਡ ਦੇ ਅੰਦਰ ਕੁਝ ਹੋਰ ਹੁੰਦਾ ਹੈ। ਤਾਂ ਜੋ ਗੁਰਮੁਖ ਨੇ ਉਹ ਸੱਚੇ ਰਾਹਾਂ ਤੇ ਚੱਲ ਰਹੇ ਨੇ, ਉਹਨਾਂ ਦਾ ਹਿਰਦਾ ਕਮਲ ਖਿੜਿਆ ਹੈ, ਉਹਨਾਂ ਦੇ ਅੰਦਰ ਸਕਾਰਾਤਮਕਤਾ ਹੈ, ਉਹਨਾਂ ਦੇ ਮਨ ਦੇ ਅੰਦਰ ਸੱਚ ਵਸਦਾ ਹੈ, ਔਰ ਉਹ ਸੱਚੇ ਰਾਹਾਂ ਤੇ ਚੱਲ ਰਹੇ ਨੇ। ਇਹ ਪਾਸਾ ਹੈ ਗੁਰਮੁਖਾਂ ਦਾ। ਮਨਮੁਖ ਦੂਜੀ ਤਰਫ ਹੈ, ਵੇਖੋ ਨਦਰ ਨਿਹਾਲ। ਨਦਰ ਨਿਹਾਲ ਦਾ ਮਤਲਬ ਨੀਝ ਲਾ ਕੇ ਗੌਰ ਦੇ ਨਾਲ ਤੱਕੋ, ਪਰਖ ਕੇ ਵੇਖੋ, ਇਹਦਾ ਨਿਰਣਾ ਕਰਕੇ ਵੇਖੋ ਕਿ ਜੋ ਆਪ ਹੁਦਰੇ ਮਨੁੱਖ ਨੇ, ਉਹਨਾਂ ਦੀ ਹਾਲਾਤ ਬਿਲਕੁਲ ਉਲਟੀ ਹੈ ਗੁਰਮੁਖ ਤੋਂ। ਉਹਨਾਂ ਦੀ ਸਾਈਡ ਬਿਲਕੁਲ ਉਲਟੀ ਹੈ, ਉਹਨਾਂ ਦੇ ਹਾਲਾਤ ਗੁਰਮੁਖ ਤੋਂ ਬਿਲਕੁਲ ਉਲਟ ਨੇ। ਕੈਸੇ ਨੇ ਹਾਲਾਤ? ਫਾਹੀ ਫਾਥੇ ਮਿਰਗ ਜਿਉਂ, ਸਿਰ ਦਿਸੈ ਜਮਕਾਲ। ਮਨਮੁਖਾਂ ਦੀ ਕੰਡੀਸ਼ਨ ਐਸੀ ਹੈ ਜਿਵੇਂ ਕੋਈ ਹਿਰਨ ਫਾਹੀ ਦੇ ਵਿੱਚ ਫਸਿਆ ਹੋਵੇ, ਤੇ ਹੁਣ ਉਹਨੂੰ ਸਿਰ ਦੇ ਉੱਤੇ ਮੌਤ ਕੂਕਦੀ ਦਿਸ ਰਹੀ ਹੈ, ਜਾਲ ਵਿੱਚ ਫਸ ਗਿਆ, ਸਾਹਮਣੇ ਸ਼ਿਕਾਰੀ ਹੈ, ਤੇ ਹੁਣ ਹਿਰਨ ਨੂੰ ਮੌਤ ਦਿਸ ਰਹੀ ਹੈ ਸਾਹਮਣੇ, ਕਿ ਹੁਣ ਇਹਦੇ ਅੰਤਮ ਸਮਾਂ ਨਜ਼ਦੀਕ ਹੈ, ਇਹਨੇ ਮਾਰਿਆ ਜਾਣਾ ਹੈ, ਔਰ ਉਹ ਕਿੰਨਾ ਦੁਖੀ ਹੁੰਦਾ ਹੈ। ਇਸੇ ਤਰ੍ਹਾਂ ਮਨਮੁਖ ਦੀ ਕੰਡੀਸ਼ਨ ਹੈ ਕਿ ਉਹ ਵਿਕਾਰਾਂ ਦੇ ਅੰਦਰ ਜਕੜਿਆ ਹੁੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅੰਦਰ, ਈਰਖਾ ਦਵੇਸ਼ ਵੈਰ ਵਿਰੋਧ ਵਿੱਚ, ਔਰ ਉਹਦੇ ਸਿਰ ਦੇ ਉੱਤੇ ਜਮਕਾਲ ਦਾ ਮਤਲਬ ਆਤਮਕ ਮੌਤ ਕੂਕ ਰਹੀ ਹੁੰਦੀ ਹੈ। ਉਹ ਆਤਮਕ ਮੌਤ ਤੇ ਮਰ ਗਿਆ ਹੁੰਦਾ ਹੈ, ਵਿਕਾਰਾਂ ਦੇ ਵਿੱਚ ਖਚਤ ਹੈ, ਦੁਖੀ ਹੈ, ਪਰੇਸ਼ਾਨ ਹੈ, ਔਰ ਉਹਦੇ ਸਿਰ ਦੇ ਉੱਤੇ ਆਤਮਕ ਮੌਤ ਕੂਕ ਰਹੀ ਹੈ, ਭਾਵ ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ, ਕਾਮ ਕ੍ਰੋਧ ਵਿਕਰਾਲ। ਖੁਦਿਆ ਦਾ ਮਤਲਬ ਭੁੱਖ, ਬੁਰੀ ਦਾ ਮਤਲਬ ਭੈੜੀ ਚੰਦਰੀ, ਵਿਕਰਾਲ ਦਾ ਮਤਲਬ ਡਰਾਉਣਾ, ਕ੍ਰੋਧ ਵਿਕਰਾਲ ਦਾ ਮਤਲਬ ਡਰਾਵਣਾ ਕ੍ਰੋਧ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮਾਇਆ ਦੀ ਚੰਦਰੀ ਭੁੱਖ ਤ੍ਰੇ ਤੇ ਨਿੰਦਿਆ, ਕਾਮ ਤੇ ਡਰਾਉਣਾ ਕ੍ਰੋਧ ਉਹਨੂੰ ਸਦਾ ਡਰਾਉਂਦੇ ਨੇ, ਉਹਨੂੰ ਸਦਾ ਸਤਾਉਂਦੇ ਰਹਿੰਦੇ ਨੇ। ਕਿਹਨੂੰ? ਜੋ ਮਨਮੁਖ ਹੈ, ਆਪ ਖੁਦਰਾ ਹੈ, ਉਹਦੇ ਅੰਦਰ ਮਾਇਆ ਦੀ ਭੁੱਖ ਹੈ, ਉਹਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਹੈ, ਔਰ 2 ਨੰਬਰ ਦੇ ਉਹ ਧੰਦੇ ਕਰਦਾ ਹੈ, ਉਹ ਦੂਜਿਆਂ ਦੀ ਨਿੰਦਿਆ ਕਰਦਾ ਹੈ, ਦੂਜਿਆਂ ਦੀ ਬਦਖੋਈ ਕਰਦਾ ਹੈ,
ਉਹਦੇ ਅੰਦਰ ਕਾਮ ਵਾਸਨਾਵਾਂ ਉਬਾਲੇ ਮਾਰਦੀਆਂ ਨੇ, ਉਹ ਬੇਗਾਨੀਆਂ ਧੀਆਂ ਭੈਣਾਂ ਨੂੰ ਮਾੜੀਆਂ ਨਜ਼ਰਾਂ ਦੇ ਨਾਲ ਤੱਕਦਾ ਹੈ, ਔਰ ਐਸੇ ਇਨਸਾਨ ਦੇ ਅੰਦਰ ਭਿਆਨਕ ਡਰਾਵਣਾ ਕ੍ਰੋਧ ਹੈ। ਤਾਂ ਇਹਨਾਂ ਵਿਕਾਰਾਂ ਦੇ ਅੰਦਰ ਖਚਤ ਹੋਇਆ ਮਨ ਦੇ ਪਿੱਛੇ ਤੁਰਨ ਵਾਲਾ ਜੋ ਮੁਰੀਦ ਹੈ, ਉਹ ਦੁਖੀ ਔਰ ਅਸ਼ਾਂਤ ਹੋਇਆ ਰਹਿੰਦਾ ਹੈ। ਇਹ ਕੰਡੀਸ਼ਨ ਆਪ ਹੁਦਰੇ ਮਨੁੱਖ ਦੀ ਹੈ। ਇੰਨੀ ਅੱਖੀਂ ਨਦਰ ਨਾ ਆਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਇਹਨੂੰ ਅੱਖੀ ਨਹੀਂ ਪੜਨਾ, ਬਿੰਦੀ ਲਗਾ ਕੇ ਬੋਲਣਾ ਹੈ ਅੱਖੀ। ਇਹ ਹਾਲਾਤ ਇਹਨਾਂ ਅੱਖਾਂ ਦੇ ਨਾਲ ਤਦ ਤੱਕ ਨਹੀਂ ਦਿਸਦੀ ਜਦ ਤੱਕ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ। ਇੰਨੀ ਅੱਖੀ, ਹੁਣ ਇੰਨੀ ਅੱਖੀ ਦਾ ਮਤਲਬ ਹੈਗਾ ਇਹ ਸੋਚ। ਦੇਖੋ ਅੱਖਾਂ ਇਹ ਹੀ ਰਹਿਣੀਆਂ ਨੇ, ਜੋ ਸਾਡਾ ਰੈਟੀਨਾ ਹੈ, ਜੋ ਸਾਡੇ ਡੇਲੇ ਨੇ ਅੱਖਾਂ ਦੇ, ਇਹ ਨਹੀਂ ਬਦਲੇ ਜਾਣੇ, ਅੱਖਾਂ ਇਹ ਹੀ ਰਹਿਣਗੀਆਂ। ਸਿਰਫ ਨਜ਼ਰੀਆ ਬਦਲਦਾ ਹੈ ਵੇਖਣ ਦਾ। ਜਿਸ ਨਜ਼ਰੀਏ ਨਾਲ ਸੰਸਾਰ ਨੂੰ ਅਸੀਂ ਹੁਣ ਵੇਖ ਰਹੇ ਹਾਂ, ਸਾਨੂੰ ਰੱਬ ਨਜ਼ਰੀ ਨਹੀਂ ਪੈਂਦਾ, ਕਿਉਂਕਿ ਅਸੀਂ ਇੱਕ ਦੂਜੇ ਦੀਆਂ ਜਾਤਾਂ ਵੇਖ ਰਹੇ ਹਾਂ, ਆਪਣੇ ਪਰਾਏ ਦੇ ਰੂਪ ਵਿੱਚ ਵੇਖ ਰਹੇ ਹਾਂ। ਸਾਡੀ ਸੋਚ ਨੈਗੇਟਿਵ, ਨਕਾਰਾਤਮਕ ਹੈ। ਜਿਹੜੀ ਸੋਚ ਦੇ ਨਾਲ ਅਸੀਂ ਦੇਖਦੇ ਹਾਂ ਸੰਸਾਰ ਨੂੰ, ਉਸ ਸੋਚ ਦੇ ਨਾਲ ਨਿਰੰਕਾਰ ਨਹੀਂ ਦਿਸਦਾ। ਤੇ ਜਿਹੜੀ ਸੋਚ ਦੇ ਨਾਲ ਮਨਮੁਖ ਦੇਖ ਰਿਹਾ ਹੈ, ਉਹਨੂੰ ਇਹ ਵਿਕਾਰ ਵੀ ਨਜ਼ਰੀ ਨਹੀਂ ਪੈਂਦੇ। ਜੇ ਨਜ਼ਰੀ ਪੈਂਦੇ ਹੋਣ ਤਾਂ ਫਿਰ ਉਹ ਨਿੰਦਿਆ ਕਿਉਂ ਕਰੇ? ਜੇ ਲੋਕਾਂ ਨੂੰ ਇਹ ਪਤਾ ਹੋਏ ਕਿ ਨਿੰਦਿਆ ਕਰਨੀ ਮਾੜੀ ਹੈ, ਤਾਂ ਉਹ ਨਿੰਦਾ ਕਰਨਗੇ ਹੀ ਨਹੀਂ। ਜੇ ਬੰਦਾ ਵੇਖੇ ਵੀ ਝੂਠ ਬੋਲਣ ਦੇ ਤੇ ਨੁਕਸਾਨ ਨੇ, ਮੈਨੂੰ ਵੀ, ਸਮਾਜ ਨੂੰ ਵੀ, ਰਿਸ਼ਵਤਖੋਰੀ, ਬੇਈਮਾਨੀ ਦਾ ਨੁਕਸਾਨ ਹੈ, ਤਾਂ ਉਹ ਬੰਦਾ ਤੇ ਐਵੇਂ ਕਰੇਗਾ ਹੀ ਨਹੀਂ। ਮਨਮੁਖ ਦੀ ਤਾਂ ਸੋਚ ਹੀ ਨਿੰਦਾ ਚੁਗਲੀ ਕਰਨ ਵਾਲੀ ਬਣੀ ਹੋਈ ਹੈ। ਇਸ ਕਰਕੇ ਇਸ ਸੋਚ ਦੇ ਨਾਲ ਮਨਮੁਖ ਨੂੰ ਕਦੇ ਵੀ ਆਪਣੇ ਦੋਸ਼ ਔਰ ਗੁਨਾਹ ਨਹੀਂ ਲੱਗਣਗੇ। ਉਹਨੂੰ ਕਦੋਂ ਇਹ ਗੁਨਾਹ ਦਿਸਣਗੇ? ਜਦੋਂ ਗੁਰੂ ਸ਼ਬਦ ਦੀ ਵਿਚਾਰ ਕਰੇਗਾ। ਜਿਚਰ ਸ਼ਬਦ ਨਾ ਕਰੇ ਵਿਚਾਰ, ਜਿੰਨਾ ਚਿਰ ਗੁਰੂ ਦੇ ਸ਼ਬਦ ਰਾਹੀਂ ਵਿਚਾਰ ਨਹੀਂ ਕਰਦਾ, ਗੁਰੂ ਦੇ ਗਿਆਨ ਮੁਤਾਬਕ ਆਪਣੀ ਸੋਚ ਨੂੰ ਨਹੀਂ ਬਦਲਦਾ, ਉਦੋਂ ਤੱਕ ਆਪਣੀ ਭੈੜੀ ਸੋਚ ਦੇ ਨਾਲ ਮਨੁੱਖ ਨੂੰ ਇਹ ਵਿਕਾਰ ਨਹੀਂ ਦਿਸਦੇ। ਤੁਧ ਭਾਵੈ ਸੰਤੋਖੀਆ, ਚੂਕੈ ਆਲ ਜੰਜਾਲ। ਆਲ ਜੰਜਾਲ ਦਾ ਮਤਲਬ ਘਰ ਦਾ ਜੰਜਾਲ। ਤੁਧ ਭਾਵੈ ਦਾ ਮਤਲਬ ਜੇ ਤੈਨੂੰ ਭਾ ਜਾਏ, ਤੇਰੇ ਭਾਣੇ ਦੇ ਵਿੱਚ ਤੁਰੇ, ਤਾਂ ਜਿਹੜੀਆਂ ਇਹਦੀਆਂ ਅੱਖਾਂ ਨੇ ਸੰਤੋਖ ਵਿੱਚ ਆ ਜਾਂਦੀਆਂ ਨੇ। ਫਿਰ ਇਹਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਫਿਰ ਇਹਦੇ ਘਰ ਦੇ ਜੰਜਾਲ, ਇਹਦੇ ਘਰ ਦੇ ਧੰਦੇ ਖਤਮ ਹੋ ਜਾਂਦੇ ਨੇ। ਹੁਣ ਇਹ ਜੰਜਾਲ ਨੂੰ ਸਮਝ ਲੈਣਾ। ਵੈਸੇ ਅਸੀਂ ਇਸ ਦੀ ਵਿਆਖਿਆ ਪਹਿਲਾਂ ਕਈ ਵਾਰ ਕਰ ਚੁੱਕੇ ਹਾਂ। ਅਸਲ 'ਚ ਬੰਦਾ ਕੰਮ ਕਰਦਾ ਹੈ, ਕੰਮ ਹੀ ਭਗਤੀ ਬਣ ਜਾਂਦੀ ਹੈ, ਕੰਮ ਹੀ ਜੰਜਾਲ ਬਣ ਜਾਂਦੇ ਨੇ। ਜਦੋਂ ਬੰਦਾ ਸੱਚ ਨੂੰ ਆਧਾਰ ਬਣਾ ਕੇ ਕੰਮ ਕਰਦਾ ਹੈ, ਤਾਂ ਉਦੋਂ ਉਹ ਕੰਮ ਸੱਚੀ ਕਿਰਤ ਬਣ ਜਾਂਦੇ ਨੇ, ਭਗਤੀ ਬਣ ਜਾਂਦੇ ਨੇ, ਰੱਬ ਦੀ ਰਹਿਮਤ ਦਾ ਪਾਤਰ ਬੰਦਾ ਬਣ ਜਾਂਦਾ ਹੈ। ਪਰ ਜਦੋਂ ਝੂਠ ਨੂੰ ਬੇਸ ਬਣਾ ਕੇ ਕੰਮ ਕਰਦਾ ਹੈ, ਲਾਲਚ ਨੂੰ ਬਣਾ ਕੇ ਕੰਮ ਕਰਦਾ ਹੈ, ਉਹ ਕੰਮ ਜੰਜਾਲ ਬਣ ਜਾਂਦੇ ਨੇ, ਔਰ ਬੰਦਾ ਉਹਨਾਂ ਜੰਜਾਲਾਂ ਦੇ ਅੰਦਰ ਵੱਜ ਜਾਂਦਾ ਹੈ, ਔਰ ਆਤਮਕ ਮੌਤੇ ਮਰਿਆ ਰਹਿੰਦਾ ਹੈ। ਇਸ ਲਈ ਜੰਜਾਲ ਜਿਹੜੇ ਨੇ ਉਹ ਖਤਮ ਹੋ ਜਾਣਗੇ। ਕਦੋਂ? ਜਦੋਂ ਅਸੀਂ ਗੁਰ ਸ਼ਬਦ ਦੇ ਨਾਲ ਜੁੜਾਂਗੇ। ਤੁਧ ਭਾਵੈ ਸੰਤੋਖੀਆ, ਚੂਕੈ ਆਲ ਜੰਜਾਲ। ਕਿ ਜਦੋਂ ਬੰਦਾ ਪ੍ਰਭੂ ਨੂੰ ਭਾ ਜਾਂਦਾ ਹੈ, ਮਤਲਬ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਂਦਾ ਹੈ, ਤਾਂ ਫਿਰ ਇਹਦੇ ਵਿਕਾਰਾਂ ਦੇ ਜਿਹੜੇ ਜੰਜਾਲ ਜਾਲ ਨੇ ਉਹ ਖਤਮ ਹੋ ਜਾਂਦੇ ਨੇ। ਔਰ ਮੂਲ ਰਹਿ ਗੁਰ ਸੇਵਿਐ, ਗੁਰ ਪੌੜੀ ਬੋਹਿਤ। ਮੂਲ ਰਹਿ ਦਾ ਮਤਲਬ ਬਚ ਜਾਂਦੀ ਹੈ। ਮੂਲ ਦਾ ਮਤਲਬ ਰਾਸ ਪੂੰਜੀ। ਮੰਨ ਲਓ ਕਿਸੇ ਬੰਦੇ ਦੇ ਕੋਲ 10,000 ਰੁਪਈਆ ਹੈ, ਤਾਂ ਉਹ ਉਹਦਾ ਮੂਲ ਹੈ। ਤੇ ਜੋ ਉਹ ਵਿਆਜ ਤੇ ਅੱਗੇ ਦਿੰਦਾ ਹੈ, ਜੋ ਉਹਦਾ ਨਫਾ ਆਉਣਾ ਹੈ, ਉਹ ਵਿਆਜ ਅਲੱਗ ਹੋਏਗੀ। ਮੂਲ ਦਾ ਮਤਲਬ ਜੋ ਰਾਸ ਪੂੰਜੀ ਹੈ। ਮੂਲ ਰਹਿ ਗੁਰ ਸੇਵਿਐ। ਜੇਕਰ ਗੁਰੂ ਦੀ ਸੇਵਾ ਕੀਤੀ ਜਾਏ, ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਚੱਲਿਆ ਜਾਏ, ਗੁਰੂ ਦੇ ਗਿਆਨ ਮੁਤਾਬਕ ਜੀਵਨ ਬਸ਼ਰ ਕੀਤਾ ਜਾਏ, ਤਾਂ ਮੂਲ ਰਹਿ ਦਾ ਮਤਲਬ ਇਹਦਾ ਮੂਲ ਬਚਿਆ ਰਹਿੰਦਾ ਹੈ, ਇਹਦੇ ਆਤਮਿਕ ਗੁਣ ਬਚੇ ਰਹਿੰਦੇ ਨੇ, ਆਤਮਿਕ ਜੀਵਨ ਬਚਿਆ ਰਹਿੰਦਾ ਹੈ, ਸਤ ਸੰਤੋਖ ਬਚੇ ਰਹਿੰਦੇ ਨੇ। ਗੁਰ ਪੌੜੀ ਬੋਹਿਤ। ਗੁਰ ਪੌੜੀ ਦਾ ਮਤਲਬ ਗੁਰੂ ਦੀ ਪੌੜੀ, ਬੋਹਿਤ ਦਾ ਮਤਲਬ ਜਹਾਜ਼। ਇਸ ਸੰਸਾਰ ਤੋਂ ਪਾਰ ਉਤਾਰਨ ਵਾਸਤੇ ਗੁਰੂ ਦੀ ਜੋ ਪੌੜੀ ਹੈ, ਉਹੀ ਅਸਲ ਦੇ ਅੰਦਰ ਜਹਾਜ਼ ਹੈ। ਤਾਂ ਇੱਥੇ ਗੁਰੂ ਦੀ ਪੌੜੀ ਦਾ ਮਤਲਬ ਹੈ ਗੁਰੂ ਦੀ ਸਿੱਖਿਆ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ। ਜੋ ਗੁਰੂ ਦੀ ਸਿੱਖਿਆ ਹੈ, ਅਸਲ ਦੇ ਅੰਦਰ ਵਿਕਾਰਾਂ ਤੋਂ ਪਾਰ ਨਿਕਲਣ ਵਾਸਤੇ ਉਹੀ ਜਹਾਜ਼ ਹੈ।
ਜੋ ਗੁਰੂ ਦੱਸੇ ਰਾਹਾਂ ਤੇ ਚੱਲਦਾ ਹੈ, ਗੁਰੂ ਦੀ ਸਿੱਖਿਆ ਨੂੰ ਅਪਣਾਉਂਦਾ ਹੈ, ਉਹ ਇਸ ਜਹਾਜ਼ ਤੇ ਚੜ੍ਹਦਾ ਹੈ ਤੇ ਉਹ ਵਿਕਾਰਾਂ ਦੇ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਨਾਨਕ, ਇੱਥੇ ਥੋੜਾ ਰੁਕ ਜਾਣਾ ਹੈ। ਨਾਨਕ ਲੱਗੀ ਤਤ ਲੈ, ਤੂੰ ਸੱਚਾ ਮਨ ਸੱਚ। ਸੱਚਾ ਦਾ ਮਤਲਬ ਸਦਾ ਕਾਇਮ ਰਹਿਣ ਵਾਲਾ, ਮਨ ਦਾ ਮਤਲਬ ਮਨ ਵਿੱਚ। ਹੇ ਨਾਨਕ, ਜੋ ਇਸਤਰੀ ਇਸ ਗੁਰੂ ਦੀ ਪੌੜੀ ਨੂੰ ਯਾਨੀ ਗੁਰੂ ਦੀ ਸਿੱਖਿਆ ਨੂੰ ਸੰਭਾਲਦੀ ਹੈ, ਉਹ ਅਸਲੀਅਤ ਨੂੰ ਲੱਭ ਲੈਂਦੀ ਹੈ। ਲੱਗੀ ਦਾ ਮਤਲਬ ਜਿਹੜੀ ਜੀਵ ਇਸਤਰੀ ਲੱਗੀ ਹੋਈ ਹੈ ਸੇਵਾ ਵਿੱਚ, ਯਾਨੀ ਜਿਹੜੇ ਜੀਵ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਰਹੇ ਨੇ। ਤਤ ਲੈ, ਲੈ ਦਾ ਮਤਲਬ ਲੱਭ ਲੈਂਦੇ ਨੇ, ਤਤ ਦਾ ਮਤਲਬ ਅਸਲੀਅਤ। ਉਹ ਜ਼ਿੰਦਗੀ ਦੀ ਅਸਲੀਅਤ ਨੂੰ ਜਾਣ ਲੈਂਦੇ ਨੇ। ਤੂੰ ਸੱਚਾ, ਹੇ ਪ੍ਰਭੂ ਤੂੰ ਸੱਚਾ ਹੈ, ਕਾਇਮ ਰਹਿਣ ਵਾਲਾ ਹੈ, ਤੇ ਉਹਨਾਂ ਦੇ ਮਨ ਦੇ ਅੰਦਰ ਤੂੰ ਸਦਾ ਵਾਸਤੇ ਵਸ ਜਾਂਦਾ ਹੈ। ਹੇ ਪ੍ਰਭੂ, ਉਹ ਤੈਨੂੰ ਸੱਚੇ ਨੂੰ ਚਾਰ ਚਫੇਰੇ ਵੇਖਦੇ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਸਦਾ ਵਾਸਤੇ ਸੱਚ ਵਸ ਜਾਂਦਾ ਹੈ। ਉਹ ਜੀਵਨ ਦੀ ਅਸਲੀਅਤ ਨੂੰ ਪਛਾਣ ਲੈਂਦੇ ਨੇ। ਕੌਣ? ਜੋ ਲੱਗੀ ਦਾ ਮਤਲਬ ਗੁਰੂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਮਹਿਲਾ ਪਹਿਲਾ। ਹੇਕੋ ਪਾਧਰ ਹੇਕ ਦਰ, ਗੁਰ ਪੌੜੀ ਨਿਜ ਥਾਨ। ਪਾਧਰ ਦਾ ਮਤਲਬ ਪੱਧਰਾ ਰਾਸਤਾ, ਸਾਫ਼ ਰਾਸਤਾ। ਹੇਕੋ ਦਾ ਮਤਲਬ ਇੱਕੋ। ਗੁਰ ਪੌੜੀ ਦਾ ਮਤਲਬ ਗੁਰੂ ਦੀ ਦੱਸੀ ਹੋਈ ਪੌੜੀ, ਯਾਨੀ ਗੁਰੂ ਦਾ ਦੱਸਿਆ ਹੋਇਆ ਰਾਹ, ਗੁਰੂ ਦੀ ਸਿੱਖਿਆ। ਨਿਜ ਦਾ ਮਤਲਬ ਨਿਰੋਲ, ਆਪਣਾ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਹੇਕੋ ਪਾਧਰ, ਇੱਕ ਹੀ ਰਾਸਤਾ ਹੈ। ਹੇਕ ਦਰ, ਇੱਕੋ ਹੀ ਦਰ ਹੈ ਜਿਹਦੇ ਦਰ ਦੇ ਉੱਤੇ ਅਸੀਂ ਢਹਿ ਪੈਣਾ ਹੈ। ਸਾਡੇ ਵਾਸਤੇ ਇੱਕੋ ਹੀ ਦਰ ਹੈ ਜਿਹਦੇ ਰਾਹੀਂ ਸਾਡੀ ਜ਼ਿੰਦਗੀ ਸਫਲ ਹੋਣੀ ਹੈ। ਇੱਕੋ ਹੀ ਰਾਸਤਾ ਹੈ, ਇੱਕ ਹੀ ਦਰ ਹੈ, ਤੇ ਉਹ ਕਿਹੜਾ ਹੈ? ਗੁਰ ਪੌੜੀ, ਗੁਰੂ ਦੀ ਸਿੱਖਿਆ। ਨਿਜ ਥਾਨ ਦਾ ਮਤਲਬ ਆਪਣਾ ਅਸਲ ਟਿਕਾਣਾ, ਯਾਨੀ ਆਪਣਾ ਜੋ ਅਸਲ ਟਿਕਾਣਾ ਹੈ ਉਹ ਇੱਕੋ ਹੀ ਹੈ ਤੇ ਉਹ ਹੈ ਪ੍ਰਭੂ। ਯਾਨੀ ਰੱਬ ਹੀ ਇੱਕ ਰਾਸਤਾ ਹੈ, ਰੱਬ ਹੀ ਇੱਕ ਦਰ ਹੈ, ਉਹ ਸਾਡਾ ਅਸਲ ਟਿਕਾਣਾ ਹੈ। ਤੇ ਉਹ ਜੋ ਸਾਡਾ ਅਸਲ ਟਿਕਾਣਾ ਰੱਬ ਹੈ, ਉਹਦੇ ਤੱਕ ਪਹੁੰਚਣ ਵਾਸਤੇ ਗੁਰੂ ਦੀ ਪੌੜੀ ਹੀ ਇੱਕੋ ਇੱਕ ਰਾਸਤਾ ਹੈ। ਗੁਰੂ ਦੀ ਪੌੜੀ ਦਾ ਮਤਲਬ ਗੁਰੂ ਦਾ ਰਾਹ, ਗੁਰੂ ਦੀ ਸਿੱਖਿਆ। ਗੁਰੂ ਦੀ ਸਿੱਖਿਆ ਹੀ ਇੱਕੋ ਇੱਕ ਰਾਹ ਹੈ ਜਿਸ ਰਾਹੀਂ ਅਸੀਂ ਰੱਬ ਤੱਕ ਪਹੁੰਚ ਸਕਦੇ ਹਾਂ, ਰੱਬ ਦੇ ਵਿੱਚ ਅਭੇਦ ਹੋ ਸਕਦੇ ਹਾਂ। ਤੇ ਉਸ ਰੱਬ ਦੇ ਵਿੱਚ ਮਿਲਣਾ ਹੀ ਸਾਡੇ ਲਈ ਇੱਕੋ ਇੱਕ ਸदैव ਟਿਕਾਣਾ ਹੈ, ਉਹ ਹੀ ਇੱਕ ਰਾਹ ਹੈ, ਉਹ ਹੀ ਇੱਕ ਦਰ ਹੈ। ਰੂੜੋ ਠਾਕੁਰ ਨਾਨਕਾ, ਸਭ ਸੁਖ ਸਾਚੋ ਨਾਮ। ਰੂੜੋ ਦਾ ਮਤਲਬ ਸੋਹਣਾ, ਕਿ ਪ੍ਰਭੂ ਇੱਕ ਸੱਚਾ ਮਾਲਕ ਹੈ, ਸੋਹਣਾ ਮਾਲਕ ਹੈ। ਸਭ ਸੁਖ ਦਾ ਮਤਲਬ ਸਾਰੇ ਸੁਖ, ਸਾਰੇ ਸੁੱਖਾਂ ਦਾ ਮੂਲ। ਸਾਚੋ ਨਾਮ, ਸਾਚੋ ਦਾ ਮਤਲਬ ਸੱਚਾ, ਨਾਮ ਦਾ ਮਤਲਬ ਹੁਕਮ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਦਾ ਜੋ ਸੱਚਾ ਹੁਕਮ ਹੈ, ਇਹੀ ਸਾਰੇ ਸੋਹਣੇ ਸੋਹਣੇ ਸੁੱਖਾਂ ਦਾ ਮਾਲਕ ਹੈ, ਸਾਰੇ ਸੁੱਖਾਂ ਦਾ ਮੂਲ ਹੈ। ਰੂੜੋ ਦਾ ਮਤਲਬ ਸੋਹਣਾ, ਪ੍ਰਭੂ ਬੜਾ ਸੁੰਦਰ ਹੈ, ਮਹਾਨ ਹੈ, ਸਾਰਿਆਂ ਦਾ ਮਾਲਕ ਹੈ। ਤੇ ਜੋ ਰੱਬ ਦਾ ਹੁਕਮ ਹੈ ਉਹੀ ਸਾਰੇ ਸੁੱਖਾਂ ਦਾ ਮੂਲ ਹੈ। ਜਿਵੇਂ ਅਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਿਆ ਸੀ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਨਾਮ ਦਾ ਮਤਲਬ ਹੁਕਮ, ਰੱਬੀ ਹੁਕਮ ਵਿੱਚ ਤੁਰਨਾ ਹੀ ਸਾਰੇ ਸੁੱਖਾਂ ਦਾ ਮੂਲ ਹੈ। ਪੌੜੀ। ਆਪੀ ਨੇ ਆਪ ਸਾਜ, ਆਪ ਪਛਾਣਿਆ। ਆਪੀ ਨੇ ਦਾ ਮਤਲਬ ਆਪਣੇ ਆਪ ਤੋਂ, ਆਪਣੇ ਆਪ ਨੂੰ। ਆਪ ਦਾ ਮਤਲਬ ਆਪਣੇ ਆਪ ਨੂੰ, ਆਪੀ ਨੇ ਦਾ ਮਤਲਬ ਆਪ ਹੀ ਨੇ। ਤਾਂ ਪ੍ਰਭੂ ਨੇ ਆਪ ਹੀ ਆਪਣੇ ਆਪ ਨੂੰ ਪ੍ਰਗਟ ਕਰਕੇ ਆਪਣਾ ਅਸਲਾ ਸਮਝਿਆ ਹੈ, ਆਪ ਹੀ ਪਛਾਣਿਆ ਹੈ। ਆਪ ਹੀ ਉਹ ਆਪਣੀ ਮਹਾਨਤਾ ਨੂੰ ਜਾਣਦਾ ਹੈ। ਪਛਾਣਦਾ ਦਾ ਮਤਲਬ ਪਛਾਨਣਾ, ਜਾਣਨਾ। ਆਪੀ ਨੇ ਆਪ ਸਾਜ ਦਾ ਮਤਲਬ ਆਪਣੇ ਆਪ ਨੂੰ ਸਾਜ ਕੇ, ਪ੍ਰਗਟ ਕਰਕੇ। ਰੱਬ ਨੂੰ ਕੋਈ ਬਣਾਉਣ ਵਾਲਾ ਨਹੀਂ ਹੈ, ਰੱਬ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ ਕਿ ਕੋਈ ਮਾਂ-ਬਾਪ ਹੋਵੇ ਜਿਸ ਨੇ ਪੈਦਾ ਕੀਤਾ ਹੋਵੇ। ਉਹ ਸੈਭੰ ਹੈ, ਸੁੱਤੇ ਪ੍ਰਕਾਸ਼ ਹੈ। ਆਪੀ ਨੇ ਆਪ ਸਾਜ ਦਾ ਮਤਲਬ ਆਪਣੇ ਆਪ ਨੂੰ ਸਾਜਣ ਵਾਲਾ ਆਪ ਹੀ ਹੈ। ਤੇ ਆਪ ਪਛਾਣਿਆ ਦਾ ਮਤਲਬ ਆਪਣੇ ਅੰਤ ਨੂੰ ਆਪ ਹੀ ਜਾਣਦਾ ਹੈ, ਆਪਣੀ ਵਡਿਆਈ ਨੂੰ ਆਪ ਜਾਣਦਾ ਹੈ। ਕੋਈ ਉਸ ਪ੍ਰਭੂ ਦਾ ਅੰਤ ਨਹੀਂ ਪਾ ਸਕਦਾ, ਉਹ ਅਨੰਤ ਹੈ, ਆਪਣੇ ਆਪ ਨੂੰ ਆਪ ਜਾਣਦਾ ਹੈ, ਆਪਣੇ ਆਪ ਨੂੰ ਆਪ ਸਾਜਣ ਵਾਲਾ ਹੈ। ਉਹਨੂੰ ਕੋਈ ਹੋਰ ਉਹਦੇ ਅੰਤ ਨੂੰ ਨਹੀਂ ਜਾਣਦਾ। ਅੰਬਰ ਧਰਤ ਵਿਛੋੜ ਚੰਦੋਆ ਤਾਣਿਆ। ਆਕਾਸ਼ ਔਰ ਧਰਤੀ ਨੂੰ ਵੱਖ-ਵੱਖ ਕਰਕੇ
ਤੇ ਆਕਾਸ਼ ਮਾਨੋ ਉਹਨੇ ਆਪਣੇ ਤਖਤ ਉੱਤੇ ਚੰਦੋਆ ਤਾਣਿਆ ਹੋਇਆ ਹੈ। ਜਿਵੇਂ ਆਮ ਰਾਜਿਆਂ ਬਾਦਸ਼ਾਹਾਂ ਦੇ ਉੱਤੇ ਚੰਦੋਏ ਨਹੀਂ ਹੁੰਦੇ, ਚਾਨਣੀਆਂ ਤਾਣ ਦੇ ਛੋਟੀਆਂ ਛੋਟੀਆਂ, ਤਾਂ ਰੱਬ ਦੇ ਉੱਤੇ ਇੱਕ ਬਹੁਤ ਵੱਡਾ ਚੰਦੋਆ, ਮਾਨੋ ਇਹ ਆਕਾਸ਼ ਇੱਕ ਚੰਦੋਆ ਹੀ ਹੈ। ਜਿਵੇਂ ਗੁਰੂ ਜੀ ਨੇ ਪ੍ਰਭੂ ਦੀ ਉਸਤਤ ਕਰਦਿਆਂ ਆਰਤੀ ਦੇ ਵਿੱਚ ਕਿਹਾ ਹੈ ਨਾ, ਆਰਤੀ ਵਾਲੇ ਸ਼ਬਦ ਦੇ ਵਿੱਚ, ਗਗਨ ਮੈਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ, ਤੇ ਨਾਲ ਕਿਹਾ ਹੈ ਕੈਸੀ ਆਰਤੀ ਹੋਏ, ਕਿ ਕਿੰਨੀ ਅਸ਼ਚਰਜ ਆਰਤੀ ਤੇਰੀ ਹੋ ਰਹੀ ਹੈ, ਕਿ ਹਵਾ ਤੇਰੇ ਤੇ ਚੌਰ ਕਰ ਰਹੀ ਹੈ, ਆਕਾਸ਼ ਮਾਨੋ ਇੱਕ ਥਾਲ ਹੈ, ਸੂਰਜ ਚੰਦਰਮਾ ਮਾਨੋ ਦੋ ਦੀਵੇ ਨੇ, ਤਾਰੇ ਮਾਨੋ ਉਹਦੇ ਅੰਦਰ ਮੋਤੀ ਜੜੇ ਹੋਏ ਨੇ। ਤੇ ਇਸੇ ਤਰ੍ਹਾਂ ਇੱਥੇ ਕਹਿ ਰਹੇ ਨੇ ਜੋ ਇਹ ਅੰਬਰ ਵਿਛੋੜਿਆ ਹੈ, ਇਹ ਮਾਨੋ ਪ੍ਰਭੂ ਦੇ ਉੱਤੇ ਚੰਦੋਆ ਤਾਣਿਆ ਹੋਇਆ ਹੈ। ਵਿਣ ਥੰਮਾ ਗਗਨ ਰਹਾਏ ਸ਼ਬਦ ਨਿਸਾਣਿਆ। ਰਹਾਏ ਦਾ ਮਤਲਬ ਟਿਕਾ ਕੇ, ਵਿਣ ਥੰਮਾ ਦਾ ਮਤਲਬ ਥੰਮਾ ਤੋਂ ਬਿਨਾ, ਆਕਾਸ਼ ਨੂੰ ਥੰਮਾ ਤੋਂ ਬਿਨਾ ਟਿਕਾ ਕੇ, ਸ਼ਬਦ ਨਿਸਾਣਿਆ, ਸ਼ਬਦ ਦਾ ਮਤਲਬ ਹੁਕਮ, ਨਿਸਾਣਿਆ ਦਾ ਮਤਲਬ ਨਗਾਰਾ, ਸ਼ਬਦ ਦਾ ਨਗਾਰਾ ਵਜਾਇਆ ਹੋਇਆ ਹੈ, ਹੁਕਮ ਦਾ ਨਗਾਰਾ ਵਜਾਇਆ ਹੋਇਆ ਹੈ। ਰੱਬ ਦੇ ਹੁਕਮ ਦਾ ਨਗਾਰਾ ਚਾਰ ਚੁਫੇਰੇ ਵੱਜ ਰਿਹਾ ਹੈ, ਤੇ ਬਿਨਾਂ ਥੰਮਾਂ ਤੋਂ ਹੀ ਗਗਨ ਨੂੰ ਟਿਕਾਇਆ ਹੋਇਆ ਹੈ, ਕੋਈ ਥੰਮ ਨਹੀਂ ਹੈ, ਔਰ ਹੁਕਮ ਦਾ ਨਗਾਰਾ ਵੱਜ ਰਿਹਾ ਹੈ। ਸੂਰਜ ਚੰਦ ਉਪਾਏ ਜੋਤ ਸਮਾਣਿਆ। ਸੂਰਜ ਔਰ ਚੰਦਰਮਾ ਪੈਦਾ ਕਰਕੇ ਆਪਣੀ ਜੋਤ ਟਿਕਾਈ ਹੋਈ ਹੈ ਹਰ ਥਾਂ ਦੇ ਉੱਤੇ। ਸਮਾਣਿਆਂ ਦਾ ਮਤਲਬ ਸਮਾਈ ਹੋਈ ਹੈ, ਸਮਾਇਆ ਹੋਇਆ ਹੈ। ਸੂਰਜ ਔਰ ਚੰਦ ਪ੍ਰਭੂ ਨੇ ਪੈਦਾ ਕੀਤੇ ਨੇ, ਔਰ ਹਰ ਥਾਂ ਦੇ ਉੱਤੇ ਆਪਣੀ ਸੱਤਿਆ ਪੈਦਾ ਕੀਤੀ ਹੈ, ਯਾਨੀ ਸੂਰਜ ਚੰਦਰਮਾ ਆਦਿਕ ਸਭ ਉਸ ਪ੍ਰਭੂ ਦੀ ਸੱਤਿਆ ਕਰਕੇ ਨੇ। ਕੀਏ ਰਾਤ ਦਿਨੰਤ ਚੋਜ ਵਿਡਾਣਿਆ। ਵਿਡਾਣਿਆ ਦਾ ਮਤਲਬ ਅਸ਼ਚਰਜ, ਚੋਜ ਦਾ ਮਤਲਬ ਰੰਗ ਤਮਾਸ਼ੇ। ਜੀਵਾਂ ਦੇ ਕਾਰ ਵਿਹਾਰ ਲਈ ਰਾਤ ਤੇ ਦਿਨ ਬਣਾਏ ਨੇ, ਔਰ ਇਹ ਇੱਕ ਅਸ਼ਚਰਜ ਤਮਾਸ਼ਾ ਹੈ, ਇੱਕ ਅਸ਼ਚਰਜ ਖੇਲ ਹੈ। ਦਿਨ ਹੈ, ਰਾਤ ਹੈ, ਔਰ ਇਹਦੇ ਅੰਦਰ ਜੀਵ ਜੰਤ ਕਾਰਜਸ਼ੀਲ ਨੇ। ਤੀਰਥ ਧਰਮ ਵਿਚਾਰ ਨਾਵਣ ਪੁਰਬਾਣਿਆ। ਪ੍ਰਭੂ ਦੇ ਹੁਕਮ ਦੇ ਅੰਦਰ ਹੀ ਕਈ ਲੋਕ ਨੇ ਪੁਰਬਾਂ ਸਮੇਂ ਤੀਰਥਾਂ ਉੱਤੇ ਨਹਾਉਣ ਆਦਿਕ ਧਰਮਾਂ ਦੇ ਖਿਆਲ ਵੀ ਪੈਦਾ ਕਰਦੇ ਨੇ, ਕਿ ਜਿਹੜੇ ਧਰਮਾਂ ਦੇ ਖਿਆਲ ਮੁਤਾਬਕ ਕਿਸੇ ਵਾਸਤੇ ਕੋਈ ਚੀਜ਼ ਤੀਰਥ ਹੈ, ਕਿਸੇ ਅਸਥਾਨ ਨੂੰ ਤੀਰਥ ਮੰਨ ਲਿਆ ਹੈ, ਕਿ ਇੱਥੇ ਉਹਨਾਂ ਦਾ ਕੋਈ ਵੱਡਾ ਵਡੇਰਾ, ਕੋਈ ਦੇਵੀ ਦੇਵਤਾ ਕੋਈ ਵੀ ਆਇਆ ਹੈ, ਤਾਂ ਤੀਰਥ ਨੇ। ਔਰ ਪੁਰਬਾਂ ਦੇ ਉੱਤੇ ਲੋਕ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਧਾਰਮਿਕ ਮੇਲੇ ਲੱਗਦੇ ਨੇ। ਪੁਰਬਾਣਿਆਂ ਦਾ ਮਤਲਬ ਧਾਰਮਿਕ ਰਸਮਾਂ ਨਿਭਾਉਣ ਲਈ ਲੋਕ ਮੇਲੇ ਲਗਾਉਂਦੇ ਨੇ। ਇਹ ਸਾਰਾ ਕੁਝ ਪ੍ਰਭੂ ਦੇ ਹੁਕਮ ਦੇ ਅੰਦਰ ਹੈ, ਰਜ਼ਾ ਭਾਣੇ ਦੇ ਅੰਦਰ ਹੈ, ਰਜ਼ਾ ਭਾਣੇ ਤੋਂ ਬਾਹਰ ਨਹੀਂ ਹੈ। ਪੁਰਬਾਂ ਸਮੇਂ ਤੀਰਥਾਂ ਤੇ ਨਹਾਉਣ ਆਦਿਕ ਦੇ ਧਰਮਾਂ ਦੇ ਖਿਆਲ ਜਿੰਨੇ ਵੀ ਲੋਕਾਂ ਦੇ ਅੰਦਰ ਪੈਦਾ ਨੇ, ਇਹ ਸਭ ਕੁਝ ਪ੍ਰਭੂ ਦੀ ਰਜ਼ਾ ਭਾਣੇ ਦੇ ਵਿੱਚ ਹੈ। ਤੁਧ ਸਰ ਅਵਰ ਨਾ ਕੋਏ ਕਿ ਆਖ ਵਖਾਣਿਆ। ਸਰ ਦਾ ਮਤਲਬ ਬਰਾਬਰ, ਕੇ ਦਾ ਮਤਲਬ ਕੀ। ਤਾਂ ਗੁਰੂ ਜੀ ਕਹਿੰਦੇ ਨੇ ਤੇਰੀ ਇਸ ਅਸ਼ਚਰਜ ਖੇਡ ਦਾ ਕੀ ਬਿਆਨ ਕਰੀਏ, ਇਹਦਾ ਅੰਤ ਨਹੀਂ ਪਾਇਆ ਜਾਂਦਾ। ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਬੇਸ਼ੱਕ ਸੂਰਜ ਚੰਦਰਮਾ ਆਦਿਕ ਨੇ ਪੈਦਾ ਕੀਤੇ ਹੋਏ ਨੇ, ਤੀਰਥ ਨੇ, ਦੇਵੀਆਂ ਦੇਵਤੇ ਜੋ ਵੀ ਲੋਕ ਮੰਨ ਰਹੇ ਨੇ, हे ਪ੍ਰਭੂ ਤੇਰੇ ਵਰਗਾ ਕੋਈ ਨਹੀਂ ਹੈ। ਤੇਰੇ ਵਰਗਾ ਕਿਹਨੂੰ ਆਖ ਕੇ ਵਿਆਖਿਆਨ ਕਰੀਏ, ਤੇਰੇ ਜਿੱਡਾ ਮਹਾਨ ਕੋਈ ਨਹੀਂ ਹੈ। ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ। ਤੂੰ ਸਦਾ ਕਾਇਮ ਰਹਿਣ ਵਾਲੇ ਤਖਤ ਤੇ ਬੈਠਾ ਹੈ, ਤੇਰਾ ਤਖਤ ਸਦਾ ਹੈ, ਤੂੰ ਸਦਾ ਹੈ। ਹੋਰ ਆਵਣ ਜਾਣਿਆ, ਹੋਰ ਜਿੰਨੇ ਵੀ ਲੋਕ ਨੇ, ਜੀਵ ਜੰਤ ਨੇ, ਆਵਣ ਦਾ ਮਤਲਬ ਆਉਂਦੇ ਨੇ, ਜਾਵਣ ਦਾ ਮਤਲਬ ਜਾਂਦੇ ਨੇ, ਯਾਨੀ ਉਹਨਾਂ ਦਾ ਜਨਮ ਵੀ ਹੁੰਦਾ ਹੈ ਤੇ ਮੌਤ ਵੀ ਹੁੰਦੀ ਹੈ। ਲੇਕਿਨ ਤੂੰ ਜਨਮ ਔਰ ਮੌਤ ਤੋਂ ਪਰੇ ਹੈ, ਤੂੰ ਸदैव ਹੈ, ਨਾ ਤੂੰ ਆਉਂਦਾ ਹੈ ਨਾ ਤੂੰ ਜਾਂਦਾ ਹੈ, ਹਰ ਵਕਤ ਹੈ, ਹਰ ਥਾਂ ਤੇ ਹੈ, ਸदैव ਹੈ। ਬਾਕੀ ਜੋ ਜੰਮਦੇ ਨੇ ਉਹ ਮਰਦੇ ਨੇ, ਜੋ ਬਣਦੇ ਨੇ ਉਹ ਭੱਜਦੇ ਨੇ। ਸ਼ਲੋਕ ਮਹਿਲਾ ਪਹਿਲਾ। ਨਾਨਕ ਸਾਵਣ ਜੇ ਵਸੈ ਚਹੁ ਉਹ ਮਾਹਾ ਹੋਏ। ਸਾਵਣ ਦਾ ਮਤਲਬ ਸਾਵਣ ਦੇ ਮਹੀਨੇ ਵਿੱਚ, ਉਮਾਹਾ ਦਾ ਮਤਲਬ ਚਾਅ। ਜੇ ਸਾਵਣ ਦੇ ਮਹੀਨੇ ਵਿੱਚ ਮੀਂਹ ਪਏ ਤਾਂ ਚਾਰ ਜਣਿਆਂ ਨੂੰ ਚਾਅ ਪੈਦਾ ਹੁੰਦਾ ਹੈ, ਖੁਸ਼ੀ ਹੁੰਦੀ ਹੈ। ਸਾਵਣ ਦੇ ਮਹੀਨੇ ਵਿੱਚ ਮੀਂਹ ਪਏ ਨਾ, ਤਾਂ ਚਾਰ ਐਸੀਆਂ ਕਿਸਮਾਂ ਨੇ, ਲੋਕ ਨੇ ਜਾਂ ਜੀਵ ਨੇ ਜਿਨ੍ਹਾਂ ਨੂੰ ਖੁਸ਼ੀ ਹੁੰਦੀ ਹੈ। ਦੇਖੋ ਸਿਚੁਏਸ਼ਨ ਇੱਕ ਹੀ ਹੁੰਦੀ ਹੈ, ਤੇ ਇੱਕ ਸਿਚੁਏਸ਼ਨ ਕਿਸੇ ਵਾਸਤੇ ਸੁਖਦਾਈ ਹੈ ਔਰ ਕਿਸੇ ਵਾਸਤੇ ਦੁਖਦਾਈ ਹੈ।
ਕੌਣ ਕਿਸ ਸਿਚੁਏਸ਼ਨ ਦੇ ਅੰਦਰ ਕਿਵੇਂ ਜੀਂਦਾ ਹੈ, ਉਹਨੂੰ ਕਿਸ ਐਂਗਲ ਤੋਂ ਵੇਖਦਾ ਹੈ, ਉਹਦੇ ਵਾਸਤੇ ਉਹਦੇ ਅੰਦਰ ਕਿਹੜੇ ਥਾਟਸ ਪੈਦਾ ਹੁੰਦੇ ਨੇ, ਉਹਦਾ ਕੀ ਬਿਲੀਫ ਸਿਸਟਮ ਹੈ, ਉਹਦੇ ਤੇ ਡਿਪੈਂਡ ਕਰੇਗਾ। ਤਾਂ ਸਾਵਣ ਦੇ ਮਹੀਨੇ ਵਿੱਚ ਜੇ ਬਰਸਾਤ ਮਾਨੂੰ ਪੈਂਦੀ ਹੈ ਤਾਂ 4 ਜਣਿਆਂ ਨੂੰ ਬੜਾ ਚਾਅ ਚੜਦਾ ਹੈ। ਕਿੰਨਾ ਕਿੰਨਾ ਨੂੰ? ਨਾਗਾਂ, ਮਿਰਗਾਂ, ਮੱਛੀਆਂ, ਰੱਸੀਆਂ, ਘਰ ਧਨ ਹੋਏ। ਘਰ ਦਾ ਮਤਲਬ ਘਰ ਵਿੱਚ, ਰੱਸੀਆਂ ਦਾ ਮਤਲਬ ਜਿਹੜੇ ਰਸ ਤੇ ਆਸ਼ਿਕ ਨੇ, ਨਾਗਾਂ ਦਾ ਮਤਲਬ ਸੱਪਾਂ ਨੂੰ, ਮਿਰਗਾਂ ਦਾ ਮਤਲਬ ਹਿਰਨਾਂ ਨੂੰ, ਮੱਛੀਆਂ ਦਾ ਮਤਲਬ ਮੱਛੀਆਂ ਨੂੰ, ਤੇ ਰੱਸੀਆਂ ਦਾ ਮਤਲਬ ਜੋ ਰਸਾਂ ਦੇ ਆਸ਼ਿਕ ਨੇ। ਤੇ ਰਸਾਂ ਦੇ ਆਸ਼ਿਕ ਉਹ ਜਿਨ੍ਹਾਂ ਦੇ ਘਰ ਦੇ ਅੰਦਰ ਧਨ ਹੈ। ਸੱਪਾਂ ਨੂੰ, ਹਿਰਨਾਂ ਨੂੰ, ਮੱਛੀਆਂ ਨੂੰ, ਜਿਨ੍ਹਾਂ ਦੇ ਘਰ ਵਿੱਚ ਧਨ ਹੈ, ਉਹਨਾਂ ਰਸਾਂ ਦੇ ਆਸ਼ਿਕਾਂ ਨੂੰ ਬੜੀ ਖੁਸ਼ੀ ਹੁੰਦੀ ਹੈ, ਕਿਉਂਕਿ ਜਦੋਂ ਮੀਂਹ ਪਏਗਾ, ਵਨਸਪਤੀ ਹਰੀ ਭਰੀ ਹੋਵੇਗੀ, ਘਾਹ ਹੋਏਗਾ, ਸੱਪਾਂ ਨੂੰ ਲੁਕਣ ਲਈ ਥਾਂ ਵੀ ਮਿਲੇਗਾ, ਔਰ ਡੱਡੂ ਆਦਿਕ ਪੈਦਾ ਹੋਣਗੇ, ਉਹਨਾਂ ਦਾ ਖੁਰਾਕ ਵਾਸਤੇ ਵੀ ਜੀਵ ਜੰਤ ਪੈਦਾ ਹੋਣਗੇ। ਬਰਸਾਤ ਪੈਗੀ, ਪਾਣੀ ਵਸੇਗਾ, ਪਾਣੀ ਵਧੇਗਾ, ਮੱਛੀਆਂ ਨੂੰ ਖੁਸ਼ੀ ਹੋਏਗੀ। ਮੀਂਹ ਪਏਗਾ, ਘਾਸ ਫੂਸ ਉੱਗੇਗਾ, ਹਰਿਆਵਲ ਹੋਏਗੀ, ਹਿਰਨਾਂ ਨੂੰ ਖੁਸ਼ੀ ਹੋਏਗੀ, ਕਿਉਂਕਿ ਉਹਨਾਂ ਨੂੰ ਘਾਹ ਮਿਲੇਗਾ ਖਾਣ ਲਈ। ਤੇ ਜਿਨ੍ਹਾਂ ਦੇ ਘਰ ਵਿੱਚ ਧਨ ਹੈ, ਉਹ ਰਸਾਂ ਦੇ ਆਸ਼ਿਕ ਨੇ, ਉਹਨਾਂ ਨੂੰ ਖੁਸ਼ੀ ਹੋਏਗੀ, ਕਿਉਂਕਿ ਉਹ ਵਿਸ਼ੇ ਵਿਕਾਰ ਭੋਗਣਗੇ, ਰਸ ਆਦਿਕ ਮਾਣਨਗੇ। ਇਹਨਾਂ ਚਾਰਾਂ ਨੂੰ ਖੁਸ਼ੀ ਹੁੰਦੀ ਹੈ। ਮਹਿਲਾ ਪਹਿਲਾ। ਨਾਨਕ ਸਾਵਣ ਜੇ ਵਸੈ, ਚਹੁ ਵਿਛੋੜਾ ਹੋਏ। ਵਿਛੋੜਾ ਦਾ ਮਤਲਬ ਦੁੱਖ। ਜੇ ਸਾਵਣ ਦੇ ਮਹੀਨੇ ਵਿੱਚ ਮੀਂਹ ਪੈ ਤੇ 4 ਧਿਰਾਂ ਨੂੰ ਉਮਾ ਤੋਂ ਵਿਛੋੜਾ ਹੁੰਦਾ ਹੈ। ਖੁਸ਼ੀਆਂ ਉਹਨਾਂ ਦੀਆਂ ਗਮੀਆਂ ਵਿੱਚ ਬਦਲਦੀਆਂ ਨੇ, ਦੁੱਖਾਂ ਵਿੱਚ ਬਦਲਦੀਆਂ ਨੇ, ਝੋਰੇ ਵਿੱਚ ਬਦਲਦੀਆਂ ਨੇ। ਕਿੰਨਾਂ ਨੂੰ? ਗਾਈ ਪੁੱਤਾਂ। ਗਾਈ ਔਰ ਪੁੱਤਾਂ ਨੂੰ ਵੱਖਰਾ ਨਹੀਂ ਪੜਨਾ, ਪੁੱਤਾਂ ਪੜਨਾ ਹੈ ਬਿੰਦੀ ਲਗਾ ਕੇ। ਗਾਈ, ਗਾਈ ਨਹੀਂ ਪੜਨਾ, ਗਾਈ। ਗਾਈ ਪੁੱਤਾਂ ਦਾ ਮਤਲਬ ਗਾਂ ਦੇ ਪੁੱਤਰ, ਜਿਹੜੇ ਬੈਲ ਨੇ, ਬਲਦ ਨੇ। ਨਿਰਤਨਾ, ਨਿਰਤਨਾ ਦਾ ਮਤਲਬ ਜੋ ਗਰੀਬ ਨੇ। ਪੰਥੀ ਦਾ ਮਤਲਬ ਜਿਹੜੇ ਰਾਹਗੀਰ ਮੁਸਾਫਰ ਨੇ, ਤੇ ਚਾਕਰ ਦਾ ਮਤਲਬ ਜੋ ਨੌਕਰ ਨੇ। ਇਹਨਾਂ ਚਾਰਾਂ ਨੂੰ ਉਮਾ ਨਹੀਂ ਹੁੰਦਾ। ਬਲਦਾਂ ਨੂੰ ਤਾਂ ਨਹੀਂ ਹੁੰਦਾ ਕਿਉਂਕਿ ਮੀਂਹ ਪਏਗਾ ਤੇ ਉਹਨਾਂ ਨੂੰ ਮਾਲਕ ਨੇ ਹਲਾਂ ਦੇ ਵਿੱਚ ਜੋਣਾ ਹੈ, ਉਹਨਾਂ ਨੂੰ ਤਕਲੀਫ ਉਠਾਣੀ ਪੈਣੀ। ਉਹਨਾਂ ਨੂੰ ਤਕਲੀਫ ਉਠਾਣੀ ਪੈਣੀ ਹੈ ਕਿਉਂਕਿ ਹਲਾਂ ਵਿੱਚ ਜੋਇਆ ਜਾਏਗਾ। ਨਿਰਤਨਾ ਜਿਹੜੇ ਗਰੀਬ ਨੇ, ਜਿਨ੍ਹਾਂ ਦੀ ਮਿਹਨਤ ਮਜ਼ਦੂਰੀ ਹੈ, ਜਿਨ੍ਹਾਂ ਨੇ ਬਾਹਰ ਦਿਹਾੜੀ ਕਰਨ ਜਾਣਾ ਹੈ, ਉਹਨਾਂ ਨੂੰ ਤਕਲੀਫ ਹੁੰਦੀ ਹੈ ਕਿ ਬਰਸਾਤ ਦੇ ਵਿੱਚ ਕੰਮ ਕਰਨਾ ਪਏਗਾ, ਜਾਂ ਉਹਨਾਂ ਨੂੰ ਦਿਹਾੜੀ ਆਦਿਕ ਨਹੀਂ ਮਿਲੇਗੀ, ਰੋਕ ਪਏਗੀ, ਮੀਂਹ ਪੈ ਰਿਹਾ ਹੈ, ਆਪਣੀ ਦਿਹਾੜੀ ਤੇ ਨਹੀਂ ਪਹੁੰਚ ਪਾਏ, ਉਹਨਾਂ ਨੂੰ ਤਕਲੀਫ ਹੋਏਗੀ, ਜਾਂ ਮੀਂਹ ਵਿੱਚ ਕੰਮ ਕਰਨਾ ਪਏਗਾ। ਨਿਰਤਨਾ ਪੰਥੀ, ਪੰਥੀ ਦਾ ਮਤਲਬ ਜੋ ਰਾਹਗੀਰ ਨੇ, ਜਿਨ੍ਹਾਂ ਨੇ ਕਿਤੇ ਮੁਸਾਫਰ ਜਾਣਾ ਹੋਏ ਸਫ਼ਰ ਤੇ, ਤਾਂ ਉਹਨਾਂ ਨੂੰ ਤਕਲੀਫ ਹੋਏਗੀ ਕਿਉਂਕਿ ਮੀਂਹ ਦੇ ਅੰਦਰ ਚੱਲ ਨਹੀਂ ਪੈਣਗੇ, ਹੜ੍ਹ ਆ ਰਹੇ ਨੇ। ਤੇ ਚਾਕਰ ਦਾ ਮਤਲਬ ਜੋ ਨੌਕਰ ਨੇ, ਉਹਨਾਂ ਨੂੰ ਤਕਲੀਫ ਹੁੰਦੀ ਹੈ। ਇਹਨਾਂ ਚਾਰਾਂ ਨੂੰ ਤਕਲੀਫ ਹੁੰਦੀ ਹੈ। ਪੌੜੀ। ਤੇ ਇਸੇ ਤਰ੍ਹਾਂ ਗੁਰਦੇਵ ਪਾਤਸ਼ਾਹ ਨੇ ਦੱਸਿਆ ਹੈ ਕਿ ਸਿਚੁਏਸ਼ਨ ਹੈ, ਜਿਹੜੇ ਸੱਚ ਦੇ ਨਾਲ ਜੁੜੇ ਨੇ, ਉਹਨਾਂ ਨੂੰ ਸੱਚ ਦੇ ਕਰਕੇ ਖੁਸ਼ੀ ਹੁੰਦੀ ਹੈ, ਲੇਕਿਨ ਜਿਹੜੇ ਸੱਚ ਦੇ ਨਾਲ ਟੁੱਟੇ ਹੋਏ ਲੋਕ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੁੱਖ ਹੁੰਦਾ ਹੈ। ਤਾਂ ਸਿਚੁਏਸ਼ਨ ਹੈ, ਅਸੀਂ ਸਿਚੁਏਸ਼ਨ ਨੂੰ ਕਿਸ ਪਾਸੇ ਤੋਂ ਲੈਂਦੇ ਆ, ਉੱਥੇ ਅਸੀਂ ਕਿਵੇਂ ਵੇਖਦੇ ਆ, ਕਿਵੇਂ ਅਸੀਂ ਜੀਂਦੇ ਆ, ਇਹਦੇ ਤੇ ਡਿਪੈਂਡ ਕਰੇਗਾ। ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ। ਸਚਿਆਰ ਦਾ ਮਤਲਬ ਸੱਚ ਦਾ ਖਜ਼ਾਨਾ, ਸੱਚ ਦਾ ਘਰ। ਸੱਚਾ ਦਾ ਮਤਲਬ ਸਦਾ ਕਾਇਮ ਰਹਿਣ ਵਾਲਾ, ਕਿ हे ਮਾਲਕ ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਐਸੀ ਹਸਤੀ ਦਾ ਮਾਲਕ ਹੈ, ਸਚਿਆਰ ਹੈ। ਜਿਨ ਸੱਚ ਵਰਤਾਇਆ ਦਾ ਮਤਲਬ ਜਿਸ ਨੇ ਸੱਚ ਵਰਤਾਇਆ ਹੋਇਆ ਹੈ ਹਰ ਥਾਂ ਦੇ ਉੱਤੇ, ਜਿਸ ਦੇ ਅੰਦਰ ਕੋਈ ਵੀ ਅਧੂਰਾਪਨ ਨਹੀਂ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ, ਯਾਨੀ ਸਾਰਾ ਕੁਝ ਤੇਰਾ ਰਚਿਆ ਹੋਇਆ ਸੱਚਾ ਹੈ, ਪਰਿਪੂਰਨ ਹੈ। ਜਿਨੇ ਸੱਚ ਵਰਤਾਇਆ ਹੋਇਆ ਹੈ, ਇੱਥੇ ਕੁਝ ਵੀ ਗਲਤ ਨਹੀਂ ਹੈ, ਸੱਚ ਹੈ ਸਭ ਕੁਝ। ਸਭ ਕੁਝ ਇੱਕ ਸੱਚੇ ਸਿਸਟਮ ਦੇ ਅੰਦਰ ਚੱਲ ਰਿਹਾ ਹੈ। ਤੂੰ ਇੱਕ ਐਸੀ ਹਸਤੀ ਹੈ, ਐਸੀ ਤੂੰ ਮਹਾਨ ਸ਼ਕਤੀ ਹੈ। ਬੈਠਾ ਤਾੜੀ ਲਾਏ, ਕਵਲ ਛਪਾਇਆ।
ਹੁਣ ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਬੈਠਾ ਤਾੜੀ ਲਾਏ ਦਾ ਮਤਲਬ ਕਿ ਤੂੰ ਤਾੜੀ ਲਾ ਕੇ ਬੈਠਾ ਸੈਂ, ਕਵਲ ਛਪਾਇਆ। ਇਹਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ। ਕਵਲ ਦਾ ਮਤਲਬ ਪੁਰਾਣਾ ਖਿਆਲ ਹੈ ਕਿ ਬ੍ਰਹਮਾ ਨੇ ਜਗਤ ਪੈਦਾ ਕੀਤਾ। ਇਹ ਖਿਆਲ ਹੈ, ਇੱਕ ਲੋਕਾਂ ਦੀ ਮਨੌਤ ਹੈ, ਅਸਲੀਅਤ ਨਹੀਂ ਹੈ। ਮਨੌਤ ਹੈ ਕਿ ਬ੍ਰਹਮਾ ਨੇ ਜਗਤ ਪੈਦਾ ਕੀਤਾ। ਤੇ ਨਾਲ ਦੂਜੀ ਮਨੌਤ ਇਹ ਹੈ ਕਿ ਬ੍ਰਹਮਾ ਆਪ ਕਮਲ ਚੋਂ ਪੈਦਾ ਹੋਇਆ, ਆਪ ਕਮਲ ਚੋਂ ਪੈਦਾ ਹੋਇਆ। ਤੇ ਇਹਦਾ ਮਤਲਬ ਇੱਥੇ ਹੈ, ਕਮਲ ਦਾ ਮਤਲਬ ਕਮਲ ਦੀ ਉਤਪਤੀ ਦਾ ਮੂਲ। ਕਵਲ ਛਪਾਇਆ ਦਾ ਮਤਲਬ ਕਿ ਸ੍ਰਿਸ਼ਟੀ ਦੀ ਉਤਪਤੀ ਨੂੰ ਲੁਕਾ ਕੇ, ਅਜੇ ਜਗਤ ਦੀ ਉਤਪਤੀ ਨਹੀਂ ਸੀ ਹੋਈ, ਕਮਲ ਵੀ ਪੈਦਾ ਨਹੀਂ ਸੀ ਹੋਇਆ, ਅਜੇ ਸ੍ਰਿਸ਼ਟੀ ਦੀ ਉਤਪਤੀ ਨਹੀਂ ਸੀ ਹੋਈ, ਜਦੋਂ ਤੂੰ ਆਪਣੇ ਆਪ ਦੇ ਅੰਦਰ ਸਮਾਧੀ ਲਾ ਕੇ ਬੈਠਾ ਸੈਂ, ਤਾਂ ਇਸ ਸਾਰੀ ਪੰਕਤੀ ਦਾ ਭਾਵ ਇਹ ਹੋਏਗਾ ਕਿ ਜਦੋਂ ਇਹ ਕਾਇਨਾਤ ਹੋਂਦ ਵਿੱਚ ਨਹੀਂ ਸੀ ਆਈ, ਉਦੋਂ ਵੀ ਤੂੰ ਸੈਂ, ਔਰ ਉਦੋਂ ਤੂੰ ਆਪਣੇ ਆਪ ਦੇ ਅੰਦਰ ਸਮਾਇਆ ਹੋਇਆ ਸੈਂ। ਸਮਾਧੀ ਲਾਉਣ ਦਾ ਮਤਲਬ ਆਪਣੇ ਆਪ ਵਿੱਚ ਸਮਾਇਆ ਸੀ, ਨਿਰਾਕਾਰ ਸੀ, ਹਾਲੀ ਨਿਰਾਕਾਰ ਸਾਕਾਰ ਨਹੀਂ ਸੀ ਹੋਇਆ। ਸਾਰੀ ਪੰਕਤੀ ਦਾ ਭਾਵ ਇਹ ਹੈ। ਬ੍ਰਹਮੈ ਵੱਡਾ ਕਹਾਏ ਅੰਤ ਨਾ ਪਾਇਆ। ਬ੍ਰਹਮਾ ਨੇ ਜੋ ਜਗਤ ਨੂੰ ਰਚਣ ਵਾਲਾ ਮੰਨਿਆ ਗਿਆ ਹੈ, ਉਹਨੇ ਵੀ ਇਹ ਭੇਦ ਨਾ ਸਮਝਿਆ ਤੇ ਆਪਣੇ ਆਪ ਨੂੰ ਵੱਡਾ ਅਖਵਾਇਆ, ਤੇਰੀ ਸਾਰ ਨੂੰ ਨਾ ਜਾਣਿਆ। ਔਰ ਲੋਕਾਂ ਨੇ ਬ੍ਰਹਮਾ ਨੂੰ ਵੱਡਾ ਸਮਝਿਆ, ਬਹੁਤਿਆਂ ਨੇ, ਕਿ ਬ੍ਰਹਮਾ ਜਗਤ ਨੂੰ ਰਚਣ ਵਾਲਾ ਹੈ। ਯਾਨੀ ਬ੍ਰਹਮਾ ਆਦਿਕ ਨੇ ਵੀ ਤੇਰਾ ਅੰਤ ਨਹੀਂ ਪਾਇਆ, ਭਾਵ ਕਿ ਤੂੰ ਅੰਤ ਤੋਂ ਪਰੇ ਹੈ, ਤੇਰਾ ਅੰਤ ਨਹੀਂ ਜਾਣਿਆ ਜਾ ਸਕਦਾ। ਨਾ ਤਿਸ ਬਾਪ ਨਾ ਮਾਏ, ਕਿਨ ਤੂੰ ਜਾਇਆ। ਕਿਨ ਦਾ ਮਤਲਬ ਕਿਸ ਨੇ, ਤੂੰ ਦਾ ਮਤਲਬ ਇੱਥੇ ਹੈ ਤੈਨੂੰ। ਕਿਸ ਨੇ ਤੈਨੂੰ ਪੈਦਾ ਕੀਤਾ? ਤੈਨੂੰ ਜਨਮ ਦੇਣ ਵਾਲਾ ਕੋਈ ਨਹੀਂ। ਨਾ ਰੱਬ ਨੂੰ ਜਨਮ ਦੇਣ ਵਾਲੀ ਕੋਈ ਮਾਂ ਹੈ, ਨਾ ਰੱਬ ਨੂੰ ਜਨਮ ਦੇਣ ਵਾਲਾ ਕੋਈ ਪਿਓ ਹੈ। ਰੱਬ ਨੂੰ ਜਨਮ ਦੇਣ ਵਾਲਾ ਕੋਈ ਮਾਂ-ਬਾਪ ਨਹੀਂ ਹੈ, ਉਹਦਾ ਕੋਈ ਮਾਂ ਪਿਓ ਨਹੀਂ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੇ ਯਾਦ ਰੱਖਣਾ, ਜਿਹਦਾ ਮਾਂ ਪਿਓ ਹੈ ਉਹ ਰੱਬ ਨਹੀਂ ਹੈ। ਜਿਹੜਾ ਰੱਬ ਹੈ ਉਹਦਾ ਕੋਈ ਮਾਂ ਪਿਓ ਨਹੀਂ, ਤੇ ਜਿਹਦਾ ਮਾਂ ਪਿਓ ਹੈ ਉਹ ਰੱਬ ਨਹੀਂ। ਇਹ ਚੀਜ਼ ਸਮਝਣ ਵਾਲੀ ਹੈ। ਹਾਲਾਂਕਿ ਸਾਰੇ ਦੇ ਸਾਰੇ ਅਸੀਂ ਰੱਬ ਦਾ ਰੂਪ ਹਾਂ, ਉਹਦਾ ਅੰਸ਼ ਵੰਸ਼ ਹਾਂ, ਉਹਦੇ ਤੋਂ ਬਾਹਰ ਨਹੀਂ ਹਾਂ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਫਲਾਂ ਬੰਦਾ ਰੱਬ ਹੈ, ਮਾਂ ਪਿਓ ਦੇ ਘਰੋਂ ਜੰਮਿਆ ਹੋਇਆ। ਐਵੇਂ ਨਹੀਂ ਕਿਹਾ ਜਾ ਸਕਦਾ। ਕਿਸੇ ਇੱਕ ਬੁਲਬੁਲੇ ਨੂੰ ਸਮੁੰਦਰ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਹਰ ਬੁਲਬੁਲਾ ਸਮੁੰਦਰ ਦਾ ਰੂਪ ਹੈ, ਪਰ ਇੱਕ ਬੁਲਬੁਲਾ ਸਮੁੰਦਰ ਨਹੀਂ ਹੈ। ਹਰ ਲਹਿਰ ਸਮੁੰਦਰ ਦਾ ਅੰਗ ਹੈ, ਲੇਕਿਨ ਇੱਕ ਲਹਿਰ ਕਦੇ ਵੀ ਸਮੁੰਦਰ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਪ੍ਰਭੂ, ਤੇਰਾ ਕੋਈ ਮਾਂ-ਬਾਪ ਆਦਿਕ ਨਹੀਂ ਹੈ ਜਿਸ ਨੇ ਤੈਨੂੰ ਜਨਮ ਦਿੱਤਾ ਹੋਵੇ, ਤੂੰ ਆਪਣੇ ਆਪ ਤੋਂ ਆਪ ਹੈ। ਇਸ ਲਈ ਸਿੱਖ ਅਵਤਾਰਵਾਦ ਦੇ ਅੰਦਰ ਵਿਸ਼ਵਾਸ ਨਹੀਂ ਰੱਖਦਾ। ਨਾ ਤਿਸ ਰੂਪ ਨਾ ਰੇਖ ਵਰਨ ਸਬਾਇਆ। ਸਬਾਇਆ ਦਾ ਮਤਲਬ ਸਾਰੇ, ਸਾਰੇ ਵਰਨਾਂ ਦੇ ਵਿੱਚੋਂ, ਜਿਵੇਂ ਬ੍ਰਾਹਮਣ, ਖੱਤਰੀ, ਸ਼ੂਦਰ ਆਦਿਕ ਵਰਨ। ਤੇ ਵਰਨ ਦਾ ਮਤਲਬ ਰੰਗ ਵੀ ਹੁੰਦਾ ਹੈ, ਜਿਵੇਂ ਲਾਲ ਪੀਲੇ ਰੰਗ, ਇਹਨਾਂ ਨੂੰ ਵੀ ਵਰਨ ਕਹਿੰਦੇ ਨੇ। ਨਾ ਉਸ ਰੱਬ ਦਾ ਕੋਈ ਖਾਸ ਸਰੂਪ ਹੈ, ਔਰ ਨਾ ਹੀ ਉਹਦਾ ਕੋਈ ਰੂਪ ਰੇਖ ਰੰਗ ਹੈ। ਬਾਕੀ ਸਾਰੇ ਰੰਗ ਉਹਦੇ ਨੇ, ਸਾਰੇ ਰੰਗਾਂ ਦੇ ਵਿੱਚ ਉਹ ਆਪ ਹੀ ਹੈ। ਉਹਦਾ ਕੋਈ ਰੂਪ ਰੇਖ ਰੰਗ ਆਦਿਕ ਵਰਨ ਆਦਿਕ ਨਹੀਂ ਹੈ। ਰੂਪਾਂ ਰੇਖਾਂ ਰੰਗਾਂ ਵਰਨਾਂ ਤੋਂ ਬਾਹਰ ਹੈ, ਔਰ ਸਾਰੇ ਰੂਪਾਂ ਰੇਖਾਂ ਰੰਗਾਂ ਵਰਨਾਂ ਦੇ ਅੰਦਰ ਆਪ ਸਮਾਇਆ ਹੋਇਆ ਹੈ। ਨਾ ਤਿਸ ਭੁੱਖ ਪਿਆਸ ਰੱਜਾ ਧਾਇਆ। ਇਹਨੂੰ ਰਜਾ ਨਹੀਂ ਪੜਨਾ, ਰੱਜਾ। ਰੱਜਾ ਦਾ ਮਤਲਬ ਰੱਜਿਆ ਹੋਇਆ। ਧਾਇਆ ਦਾ ਮਤਲਬ ਦੌੜਨਾ ਵੀ ਹੁੰਦਾ ਹੈ, ਪਰ ਇੱਥੇ ਰੱਜਾ ਧਾਇਆ ਦਾ ਮਤਲਬ ਹੈ ਰੱਜਿਆ ਪੁੱਜਿਆ। ਜਿਵੇਂ ਅਸੀਂ ਕਹਿੰਦੇ ਫਲਾਂ ਬੰਦਾ ਰੱਜਿਆ ਪੁੱਜਿਆ ਹੈ, ਮਹਾਨ ਹੈ, ਤਾਂ ਗੁਰੂ ਜੀ ਕਹਿੰਦੇ ਨੇ ਉਸ ਰੱਬ ਨੂੰ ਕੋਈ ਭੁੱਖ ਤ੍ਰੇ ਨਹੀਂ, ਉਹ ਰੱਜਿਆ ਪੁੱਜਿਆ ਹੋਇਆ ਹੈ। ਰੱਬ ਨੂੰ ਕੋਈ ਭੁੱਖ ਤ੍ਰੇ ਨਹੀਂ ਵੀ ਉਹਦੇ ਅੱਗੇ ਸਵਰ ਪੀ ਦਾ ਪਤਾ ਸੁੱਖ ਹੋਗੇ ਪ੍ਰਸ਼ਾਦ ਤੇ ਤਾਂ ਉਹ ਖੁਸ਼ ਹੋਏਗਾ। ਰੱਜਿਆ ਪੁੱਜਿਆ ਹੈ, ਉਹਨੂੰ ਕੋਈ ਭੁੱਖ ਨਹੀਂ, ਕੋਈ ਪਿਆਸ ਨਹੀਂ, ਇਹਨਾਂ ਚੀਜ਼ਾਂ ਤੋਂ ਉੱਤੇ ਹੈ। ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ। ਸਮੋਏ ਦਾ ਮਤਲਬ ਲੀਨ ਕਰਕੇ। ਪ੍ਰਭੂ ਆਪਣੇ ਆਪ ਨੂੰ ਗੁਰੂ ਵਿੱਚ ਲੀਨ ਕਰਕੇ, ਗੁਰੂ ਦੇ ਅੰਦਰ ਯਾਨੀ ਸਮਾਇਆ ਹੋਇਆ ਹੈ। ਗੁਰੂ ਦੇ ਵਿੱਚ ਆਪ ਰੱਬ ਵਸਦਾ ਹੈ, ਯਾਨੀ ਗੁਰੂ ਰੱਬ ਦਾ ਰੂਪ ਹੈ। ਗੁਰ ਪਰਮੇਸ਼ਰ ਏਕੋ ਜਾਨ। ਗੁਰੂ ਦੇ ਅੰਦਰ ਪ੍ਰਭੂ ਨੇ ਆਪਣੇ ਆਪ ਨੂੰ ਟਿਕਾਇਆ ਹੈ ਤੇ ਸ਼ਬਦ ਵਰਤਾਇਆ।
ਸ਼ਬਦ ਦਾ ਮਤਲਬ ਉਪਦੇਸ਼, ਸਾਰੇ ਜਗਤ ਦੇ ਅੰਦਰ ਸੁਨੇਹਾ ਵੰਡ ਰਿਹਾ ਹੈ, ਸ਼ਬਦ ਵੰਡ ਰਿਹਾ ਹੈ, ਗੁਰੂ ਦੇ ਰਾਹੀਂ ਉਪਦੇਸ਼ ਵੰਡ ਰਿਹਾ ਹੈ। ਯਾਨੀ ਗੁਰੂ ਦੇ ਅੰਦਰੋਂ ਉਪਦੇਸ਼ ਰਾਹੀਂ ਪ੍ਰਗਟ ਹੋ ਰਿਹਾ ਹੈ। ਗੁਰੂ ਦੇ ਰਾਹੀਂ ਮਾਨੋ ਆਪ ਹੀ ਆਪਣਾ ਉਪਦੇਸ਼ ਵੰਡ ਰਿਹਾ ਹੋਵੇ, ਗਿਆਨ ਵੰਡ ਰਿਹਾ ਹੋਵੇ। ਤਾਂ ਸਾਰੀ ਪੰਕਤੀ ਦਾ ਭਾਵ ਇਹ ਹੈ ਕਿ ਗੁਰੂ ਆਤਮਿਕ ਤੌਰ ਤੇ ਪ੍ਰਭੂ ਦਾ ਰੂਪ ਹੈ, ਔਰ ਪ੍ਰਭੂ ਦੇ ਨਾਲ ਜਾਣ ਪਛਾਣ ਦਾ ਜੋ ਗਿਆਨ ਹੈ ਉਹ ਸਾਨੂੰ ਗੁਰੂ ਪਾਸੋਂ ਮਿਲਦਾ ਹੈ। ਸੱਚੇ ਹੀ ਪਤਿਆਏ ਸੱਚ ਸਮਾਇਆ। ਪਤਿਆਏ ਦਾ ਮਤਲਬ ਪਤੀਜ ਕੇ, ਸੱਚ ਦਾ ਮਤਲਬ ਸੱਚ ਦੇ ਅੰਦਰ। ਗੁਰੂ ਇਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਪਤੀਜ ਕੇ ਸੱਚ ਦੇ ਅੰਦਰ ਹੀ ਸਮਾਇਆ ਹੋਇਆ ਹੈ। ਤੇ ਗੁਰੂ ਦੇ ਰਾਹੀਂ ਜੋ ਸੱਚੇ ਦੇ ਵਿੱਚ ਪਤੀਜ ਜਾਂਦਾ ਹੈ, ਜਿਹਦਾ ਮਨ ਸੱਚ ਦੇ ਵਿੱਚ, ਸੱਚੇ ਰੱਬ ਵਿੱਚ ਮੰਨ ਜਾਂਦਾ ਹੈ, ਉਹ ਇਨਸਾਨ ਸੱਚ ਸਮਾਇਆ ਦਾ ਮਤਲਬ ਸੱਚ ਦੇ ਅੰਦਰ ਹੀ ਸਮਾ ਜਾਂਦਾ ਹੈ। ਮੀਨਸ ਕਿ ਗੁਰੂ ਰਾਹੀਂ ਪ੍ਰਭੂ ਦਾ ਸਾਨੂੰ ਗਿਆਨ ਮਿਲਦਾ ਹੈ, ਸੱਚ ਦਾ ਗਿਆਨ ਮਿਲਦਾ ਹੈ, ਤੇ ਜੋ ਗੁਰੂ ਦੇ ਗਿਆਨ ਤੇ ਉਪਦੇਸ਼ ਤੇ ਵਿਸ਼ਵਾਸ ਕਰਦਾ ਹੈ, ਇੰਪਲੀਮੈਂਟ ਕਰਦਾ ਹੈ, ਉਹ ਬੰਦਾ ਫਿਰ ਸੱਚ ਦੇ ਅੰਦਰ ਹੀ ਸਮਾ ਜਾਂਦਾ ਹੈ, ਯਾਨੀ ਉਹ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਸ਼ਲੋਕ ਮਹਿਲਾ ਪਹਿਲਾ। ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਹ। ਵੈਦਗੀ ਦਾ ਮਤਲਬ ਦਵਾਈ ਦਾਰੂ ਦੇਣ ਵਾਸਤੇ। ਹਕੀਮ ਮਰੀਜ਼ ਨੂੰ ਦਵਾਈ ਦੇਣ ਲਈ ਸੱਦਿਆ ਜਾਂਦਾ ਹੈ। ਵੈਦ ਬੁਲਾਇਆ, ਵੈਦ ਨੂੰ ਬੁਲਾਇਆ ਜਾਂਦਾ ਹੈ। ਵੈਦਗੀ ਦਾ ਮਤਲਬ ਹਕੀਮੀ ਕਰਨ ਵਾਸਤੇ, ਬਿਮਾਰੀ ਫੜਨ ਵਾਸਤੇ, ਚੈੱਕਅਪ ਕਰਨ ਲਈ, ਦਵਾਈ ਦੇਣ ਲਈ। ਪਕੜ ਢੰਡੋਲੇ ਬਾਹ। ਤੇ ਵੈਦ ਜਿਹੜਾ ਹੈ ਬਾਹ ਫੜ ਕੇ ਢੰਡੋਲਦਾ ਹੈ, ਖੋਜ ਕਰਦਾ ਹੈ। ਪਹਿਲੇ ਜਿਹੜੇ ਵੈਦ ਸਨ ਨਾ, ਉਹ ਬੰਦੇ ਦੀ ਨਬਜ ਵੇਖ ਕੇ ਤੇ ਬਿਮਾਰੀ ਵੇਖਦੇ ਸੀ ਕਿ ਇਹਨੂੰ ਕੀ ਬਿਮਾਰੀ ਹੈ, ਨਬਜ ਵੇਖ ਕੇ। ਅੱਜ ਕੱਲ ਵੀ ਕਈ ਵੈਦ ਹੈ ਨੇ ਜੋ ਨਬਜ ਵੇਖ ਕੇ, ਹੱਥ ਫੜ ਕੇ ਨਬਜ ਵੇਖ ਕੇ ਤੇ ਦਵਾਈ ਦਾਰੂ ਦਿੰਦੇ ਨੇ। ਅੱਜ ਕੱਲ ਵੀ ਹੁਣ ਮਸ਼ੀਨਾਂ ਆ ਗਈਆਂ, ਜਿਵੇਂ ਬੀਪੀ ਚੈੱਕ ਕਰਨਾ ਹੈ ਤਾਂ ਬੀਪੀ ਚੈੱਕ ਕਰਨ ਵਾਸਤੇ ਚੜਾਇਆ ਜਾਂਦਾ ਨੇ ਇੱਥੇ, ਤੇ ਨਬਜ ਰਾਹੀਂ ਪਤਾ ਲੱਗਦਾ ਹੈ ਕਿ ਇਹਦਾ ਬੀਪੀ ਕਿੰਨਾ ਹੈ। ਅੱਜ ਕੱਲ ਹੋਰ ਟੈਸਟ ਆ ਗਏ ਬਹੁਤ ਸਾਰੇ, ਬਲੱਡ ਟੈਸਟ ਕਰਨਾ ਹੈ, ਕਿੰਨੇ ਸਾਰੇ ਟੈਸਟ ਨੇ, ਮਸ਼ੀਨਾਂ ਰਾਹੀਂ ਟੈਸਟ ਕਰਕੇ ਪਤਾ ਲਗਾਇਆ ਜਾਂਦਾ ਹੈ ਕਿ ਇਹ ਬਿਮਾਰੀ ਹੈ। ਕੋਈ ਆਯੁਰਵੈਦ ਦਾ ਡਾਕਟਰ ਹੈ, ਕੋਈ ਦੂਜੇ ਡਾਕਟਰ ਨੇ, ਕਹਿਣ ਤੋਂ ਭਾਵ ਕੋਈ ਵੀ ਵੈਦ, ਹਕੀਮ, ਕੋਈ ਵੀ ਡਾਕਟਰ ਬੁਲਾਇਆ ਜਾਂਦਾ ਹੈ ਤੇ ਉਹ ਬਾਹ ਫੜ ਕੇ ਚੈੱਕਅਪ ਕਰਕੇ ਮਰੀਜ਼ ਦੀ ਬਿਮਾਰੀ ਵੇਖਦਾ ਹੈ। ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ। ਕਰਕ ਦਾ ਮਤਲਬ ਪੀੜ, ਵਿਛੋੜੇ ਦੀ ਪੀੜ। ਭੋਲਾ ਦਾ ਮਤਲਬ ਅਨਾਨ, ਪਰ ਅਨਾਨ ਹਕੀਮ ਇਹ ਨਹੀਂ ਜਾਣਦਾ ਕਿ ਜੋ ਪ੍ਰਭੂ ਦੇ ਵਿਛੋੜੇ ਦੀ ਪੀੜ ਹੈ ਨਾ, ਉਹ ਬਿਰਹੀ ਬੰਦਿਆਂ ਦੇ ਦਿਲ ਵਿੱਚ ਹੁੰਦੀ ਹੈ। ਜੋ ਰੱਬ ਤੋਂ ਵਿਛੋੜੇ ਦੀ ਪੀੜਾ ਹੈ, ਉਹ ਨਬਜ ਰਾਹੀਂ ਨਹੀਂ ਪਤਾ ਲੱਗਣੀ, ਉਹ ਕਿਸੇ ਟੈਸਟ ਦੇ ਵਿੱਚ ਆਉਣੀ ਨਹੀਂ। ਜੋ ਪੀੜਾ ਹੈ ਵਿਛੋੜੇ ਦੀ ਪੀੜਾ, ਸੱਚ ਦੇ ਨਾਲੋਂ ਵਿਛੜਿਆ ਜਿਹੜੀ ਪੀੜਾ ਹੁੰਦੀ ਹੈ, ਉਹਨੂੰ ਨਬਜ਼ ਰਾਹੀਂ ਕਿਵੇਂ ਵੇਖੋਗੇ? ਯਾਨੀ ਉਹਦੀ ਕੋਈ ਦਵਾਈ ਨਹੀਂ ਹੈ। ਰੱਬ ਦੇ ਨਾਲੋਂ ਵਿਛੋੜਾ ਹੋਵੇ, ਸੱਚ ਨਾਲੋਂ ਵਿਛੋੜਾ ਹੋਇਆ ਹੋਵੇ, ਤਾਂ ਹੁਣ ਉੱਥੇ ਕਿਹੜੀ ਦਵਾਈ ਦਿਓਗੇ ਜਿਹੜੀ ਦਵਾਈ ਦੇਣ ਦੇ ਨਾਲ ਬੰਦਾ ਸੱਚ ਬੋਲਣ ਲੱਗ ਜਾਏ, ਬੰਦੇ ਦੇ ਅੰਦਰ ਦਇਆ ਆ ਜਾਏ, ਬੰਦੇ ਅੰਦਰ ਪ੍ਰੇਮ ਪੈਦਾ ਹੋ ਜਾਏ, ਵਿਸ਼ਵਾਸ ਪੈਦਾ ਹੋ ਜਾਏ? ਨਹੀਂ ਹੈ ਨਾ। ਜੇ ਦਵਾਈ ਹੁੰਦੀ ਹੈ ਐਸੀ ਕੋਈ, ਤਾਂ ਫਿਰ ਦਵਾਈਆਂ ਦੇ ਕੇ ਲੋਕਾਂ ਨੂੰ ਇਮਾਨਦਾਰ ਬਣਾਇਆ ਜਾ ਸਕਦਾ ਸੀ, ਰਿਸ਼ਵਤਖੋਰੀ, ਚੋਰ ਬਜ਼ਾਰੀ, ਬੇਈਮਾਨੀ ਬੰਦ ਕੀਤੀ ਜਾ ਸਕਦੀ ਸੀ, ਬਲਾਤਕਾਰ ਖਤਮ ਹੋ ਸਕਦੇ ਸੀ। ਲੇਕਿਨ ਇਹਨਾਂ ਬਿਮਾਰੀਆਂ ਨੂੰ ਰੱਬੀ ਵਿਛੋੜੇ ਦੀ ਜਿਹੜੀ ਹੈ ਦਰਦ ਅੰਦਰ ਹੈ, ਕਲੇਜੇ ਵਿੱਚ ਹੈ, ਤੇ ਇਹ ਪੀੜਾ ਉਹ ਹੀ ਸਮਝ ਸਕਦੇ ਨੇ ਜਿਨ੍ਹਾਂ ਦੇ ਅੰਦਰ ਵਿਛੋੜੇ ਦੀ ਪੀੜਾ ਹੈ। ਕਿ ਸੱਚ ਨਾਲੋਂ ਟੁੱਟਿਆ ਕਿੰਨੀ ਪੀੜਾ ਹੁੰਦੀ ਹੈ, ਔਰ ਸੱਚ ਦੇ ਨਾਲ ਜੁੜੇ ਰਹਿਣ ਦੀ ਕਿੰਨੀ ਵੱਡੀ ਖੁਸ਼ੀ ਹੈ। ਇਹਨੂੰ ਤਾਂ ਕੋਈ ਸੱਚ ਦੇ ਨਾਲ ਜੁੜੇ ਹੋਏ ਹੀ ਜਾਣ ਸਕਦੇ ਨੇ। ਭਾਈ ਮਤੀ ਦਾਸ ਵਰਗੇ, ਕਿ ਆਰੇ ਦੇ ਨਾਲ ਚਿਰਿਆਂ ਵੀ ਕਿੰਨਾ ਆਨੰਦ ਮਿਲਦਾ ਹੈ ਨਾ, ਔਰ ਸੱਚ ਨਾਲੋਂ ਟੁੱਟਿਆ ਕਿੰਨਾ ਵੱਡਾ ਦੁੱਖ ਹੋਏਗਾ। ਆਰੇ ਨਾਲੋਂ ਚਿਰਨ ਤੋਂ ਵੱਡਾ ਦੁੱਖ ਹੈ ਸੱਚ ਨਾਲੋਂ ਟੁੱਟ ਜਾਣਾ, ਇਸ ਲਈ ਉਹਨਾਂ ਨੇ ਆਰੇ ਨਾਲ ਚਿਰਨ ਨੂੰ ਮਹਿਸੂਸ ਕੀਤਾ ਹੈ। ਹੁਣ ਇਹਨੂੰ ਕਿਹੜੇ ਮੀਟਰ ਦੇ ਨਾਲ ਪਰਖੋਗੇ? ਅਗਲਾ ਬਚਨ ਕਰਦੇ ਨੇ ਮਹਿਲਾ ਦੂਜਾ। ਵੈਦਾ ਵੈਦ ਸੁਵੈਦ ਤੂੰ। ਵੈਦਾ ਤੇ ਥੋੜਾ ਜਿਹਾ ਰੁਕ ਜਾਣਾ ਹੈ। ਵੈਦਾ ਵੈਦ ਸੁਵੈਦ ਤੂੰ ਪਹਿਲਾਂ ਰੋਗ ਪਛਾਣ। ਸੁਵੈਦ ਦਾ ਮਤਲਬ ਸਿਆਣਾ ਵੈਦ। ਕਿ ਹੇ ਵੈਦ, ਪਹਿਲਾਂ ਆਪਣੇ ਆਤਮਿਕ ਰੋਗ ਨੂੰ ਲੱਭ,
ਤਾਂ ਤੂੰ ਸਿਆਣਾ ਹਕੀਮ ਹੈ। ਸਭ ਤੋਂ ਵਧੀਆ ਤਾਂ ਹਕੀਮ ਹੈ ਜੇ ਤੂੰ ਪਹਿਲਾਂ ਰੋਗ ਨੂੰ ਪਛਾਣੇ, ਆਪਣੇ ਰੋਗ ਨੂੰ ਪਛਾਣ, ਆਤਮਕ ਰੋਗ ਨੂੰ ਪਛਾਣ। ਜੋ ਕਿਸੇ ਦੇ ਅੰਦਰ ਆਤਮਕ ਰੋਗ ਹੈ ਉਹਦੀ ਵੀ ਪਹਿਚਾਣ ਕਰ ਕਿ ਬੰਦਾ ਤੇ ਆਤਮਕ ਮੌਤ ਤੇ ਮਰਿਆ ਹੋਇਆ ਹੈ। ਇਹਦਾ ਮਤਲਬ ਇਹ ਨਹੀਂ ਕਿ ਸਰੀਰਕ ਰੋਗਾਂ ਦਾ ਇਲਾਜ ਨਾ ਕਰੋ। ਮਤਲਬ ਹੈ ਕਿ ਮੇਨ ਜਿਹੜਾ ਰੋਗ ਹੈ ਉਹ ਤੇ ਆਤਮਕ ਰੋਗ ਹੈ। ਜਿਹਦੇ ਅੰਦਰ ਆਤਮਕ ਰੋਗ ਪੈਦਾ ਹੋ ਜਾਏ, ਬਾਕੀ ਸਾਰੇ ਰੋਗ ਦੁਨੀਆ ਵਿੱਚ ਪੈਦਾ ਹੋ ਜਾਣਗੇ, ਲੋਭ ਮੋਹ ਹੰਕਾਰ ਆਦਿਕ ਦੇ। ਤਾਂ ਗੁਰੂ ਜੀ ਕਹਿੰਦੇ ਨੇ ਵੈਦ ਉਹੀ ਸਿਆਣਾ ਹੈ ਜਿਹੜਾ ਪਹਿਲਾਂ ਆਪਣੇ ਰੋਗ ਨੂੰ ਪਛਾਣੇ। ਤੇ ਇੱਥੇ ਹੁਣ ਵੈਦ ਜਿਹੜਾ ਹੈ ਨਾ ਉਹ ਬਦਲ ਗਿਆ ਹੈ। ਇੱਥੇ ਧਾਰਮਿਕ ਵੈਦਾਂ ਦੀ ਗੱਲ ਆ ਗਈ ਹੈ। ਹੁਣ ਜਿੰਨੇ ਵੀ ਪ੍ਰਚਾਰਕ ਵੀਰ ਨੇ, ਜਿਨ੍ਹਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ, ਜਿਨ੍ਹਾਂ ਦੇ ਵਿੱਚ ਆ ਸੰਤ ਮਹਾਂਪੁਰਸ਼ ਤੇ ਹੋਰ ਜਿਹੜੇ ਧਾਰਮਿਕ ਆਗੂ ਨੇ, ਕਾਜੀ ਮੁੱਲਾ ਮੁਲਾਣੇ ਨੇ, ਭਾਈ ਗ੍ਰੰਥੀ ਨੇ, ਹੋਰ ਜਿੰਨੇ ਵੀ ਸੰਤ ਬਾਬੇ ਨੇ, ਇਹ ਸਾਰੇ ਲੋਕਾਂ ਨੂੰ ਇਲਾਜ ਦੱਸ ਰਹੇ ਨੇ ਨਾ, ਰਾਹ ਦੱਸ ਰਹੇ ਨੇ। ਤੇ ਗੁਰੂ ਜੀ ਕਹਿੰਦੇ ਨੇ ਭਲਿਓ ਸਿਆਣੇ ਵੈਦ, ਤੁਸੀਂ ਰਾਹ ਦਸੇਰੇ ਤਾਂ ਹੋ, ਪਹਿਲਾਂ ਆਪਣੇ ਰੋਗ ਨੂੰ ਤੇ ਪਛਾਣੋ ਕਿ ਤੁਸੀਂ ਆਪ ਤੇ ਆਤਮਕ ਮੌਤੇ ਨਹੀਂ ਮਰੇ ਹੋਏ, ਤੁਸੀਂ ਆਤਮਕ ਜ਼ਿੰਦਗੀ ਜੀ ਰਹੇ ਹੋ। ਪਹਿਲਾਂ ਆਪਣੇ ਰੋਗ ਨੂੰ ਪਛਾਣੋ, ਦੁਨੀਆ ਦੇ ਰੋਗ ਨੂੰ ਪਛਾਣੋ। ਫਿਰ ਐਸਾ दारू ਲੋੜ ਲਹੋ ਜਿਤ ਵੰਝੈ ਰੋਗਾਂ ਕਾਣ। ਇਹਨੂੰ ਵੰਝੈ ਨਹੀਂ ਪੜਨਾ, ਵੰਝੈ ਨੰਨਾ ਬੋਲਣਾ ਹੈ। ਵੰਝੈ ਰੋਗਾਂ ਕਾਣ ਦਾ ਮਤਲਬ ਰੋਗਾਂ ਦੀ ਕਹਾਣੀ, ਰੋਗਾਂ ਦਾ ਢੇਰ। ਵੰਝੈ ਦਾ ਮਤਲਬ ਦੂਰ ਹੋ ਜਾਏ। ਪਹਿਲਾਂ ਆਤਮਕ ਰੋਗ ਦੀ ਦਵਾਈ ਪਛਾਣ ਤੇ ਫਿਰ ਉਸ ਰੋਗ ਦੀ ਅਜਿਹੀ ਦਵਾਈ ਲੱਭ ਕਿ ਸਾਰੇ ਦੇ ਸਾਰੇ ਰੋਗ ਦੂਰ ਹੋ ਜਾਣ। ਦਵਾਈ ਇੱਕ ਦੇਵੇਂ ਤੇ ਉਸ ਇੱਕ ਦਵਾਈ ਦੇ ਨਾਲ ਸਾਰੇ ਰੋਗਾਂ ਦੀ ਕਹਾਣੀ ਹੀ ਖਤਮ ਹੋ ਜਾਏ, ਰੋਗਾਂ ਦੇ ਢੇਰਾਂ ਦੇ ਢੇਰ ਖਤਮ ਹੋ ਜਾਣ। ਐਸੀ ਕੋਈ ਦਵਾਈ ਲੱਭ, ਐਸੀ ਦਵਾਈ ਤੇ ਵਾਸਤਵ ਦੇ ਅੰਦਰ ਜਿੰਨੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ, ਜਿੰਨੇ ਵੀ ਇਹ ਰੋਗ ਨੇ, ਇਹ ਸਾਰੇ ਰੋਗਾਂ ਦੀ ਪੰਡਾਂ ਦੀਆਂ ਪੰਡਾਂ ਸਿਰਫ ਇੱਕ ਦਵਾਈ ਨਾਲ ਖਤਮ ਹੋ ਜਾਣਗੀਆਂ। ਗੁਰੂ ਨਾਨਕ ਦੇਵ ਜੀ ਨੇ ਉਹ ਦਵਾਈ ਲੱਭੀ ਹੈ ਤੇ ਉਹ ਦਵਾਈ ਦਾ ਜ਼ਿਕਰ ਕੀਤਾ ਹੈ। ਸੱਚ ਸਭਨਾ ਹੋਏ दारू, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਜੇ ਬੰਦਾ ਸੱਚ ਨਾਲ ਜੁੜ ਜਾਏ ਨਾ, ਮਨ ਬਚਨ ਔਰ ਕਰਮ ਕਰਕੇ ਸੱਚ ਦੇ ਨਾਲ ਜੁੜ ਜਾਏ, ਹੁਕਮ ਰਜ਼ਾਈ ਚੱਲੇ, ਤਾਂ ਇਹ ਸਾਰੇ ਰੋਗ ਖਤਮ ਹੋ ਸਕਦੇ ਨੇ। ਲੇਕਿਨ ਦਵਾਈਆਂ ਕੀ ਦਿੱਤੀਆਂ ਜਾ ਰਹੀਆਂ ਨੇ? ਵਰਤ, ਨਰਾਤੇ, ਸਰਾਧ ਆਦਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਕਰਮ ਕਾਂਡ, ਇਹ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਤੀਰਥਾਂ ਤੇ ਨਹਾ ਲਓ, ਸਮਾਧੀ ਲਾ ਲਓ, ਦਸਮ ਦੁਆਰ ਵਿੱਚ ਪ੍ਰਾਣ ਚੜਾ ਲਓ, ਉਲਟੇ ਸਿੱਧੇ ਸਾਹ ਲੈ ਲਓ, ਪਹਾੜਾਂ ਤੇ ਚੜ ਜਾਓ, ਗੁਫਾਵਾਂ ਵਿੱਚ ਵੜ ਜਾਓ, ਜਲ ਧਾਰਾ ਕਰ ਲਓ, ਸ਼ੀਰ ਸ਼ਾਸਨ ਕਰ ਲਓ, ਜੰਗਲਾਂ ਵਿੱਚ ਚਲੇ ਜਾਓ, ਕੰਨ ਪੜਵਾ ਲਓ, ਜਟਾਵਾਂ ਵਧਾ ਲਓ, ਪੁੱਠੇ ਸਿੱਧੀਆਂ ਸਮਾਧੀਆਂ ਲਾਉਂਦੇ ਰਹੋ। ਦਵਾਈਆਂ ਇਹ ਦਿੱਤੀਆਂ ਜਾ ਰਹੀਆਂ। ਇਹਨਾਂ ਦੇ ਨਾਲ ਰੋਗ ਤੇ ਮਿਟੇ ਨਹੀਂ, ਸਗੋਂ ਸਾਈਡ ਇਫੈਕਟ ਹੋਰ ਹੋ ਗਏ ਨੇ। ਇਹਨਾਂ ਦੇ ਨਾਲ ਸਾਈਡ ਇਫੈਕਟ ਹੋਰ ਹੋ ਗਏ ਨੇ। ਤੇ ਦਵਾਈ ਇੱਕੋ ਹੀ ਸੀ ਸਾਰੇ ਰੋਗਾਂ ਦੀ, ਉਹ ਸੀ ਹੁਕਮ ਰਜ਼ਾਈ ਚੱਲਣਾ, ਉਹ ਸੀ ਸੱਚ ਦੇ ਰਾਹ ਨੂੰ ਅਪਣਾਉਣਾ, ਮਨ ਬਚਨ ਔਰ ਕਰਮ ਕਰਕੇ। ਤਾਂ ਗੁਰੂ ਜੀ ਇਹਨਾਂ ਲੋਕਾਂ ਨੂੰ ਕਹਿ ਰਹੇ ਨੇ ਕਿ ਭਲਿਓ ਤੁਸੀਂ ਲੋਕਾਂ ਦੇ ਰੋਗ ਦੂਰ ਕਰਨ ਦਾ ਯਤਨ ਕਰ ਰਹੇ ਹੋ, ਪਹਿਲੋਂ ਆਪਣਾ ਰੋਗ ਤੇ ਪਛਾਣੋ, ਆਤਮਕ ਰੋਗ ਦੀ ਪਛਾਣ ਕਰੋ ਔਰ ਆਤਮਕ ਰੋਗਾਂ ਨੂੰ ਦੂਰ ਕਰਨ ਲਈ ਕੋਈ ਐਸੀ ਦਵਾਈ ਲੱਭੋ ਕਿ ਦਵਾਈ ਇੱਕ ਦਿਓ ਤੇ ਰੋਗਾਂ ਦੀਆਂ ਪੰਡਾਂ ਖਤਮ ਹੋ ਜਾਣ। ਤਾਂ ਤੁਸੀਂ ਸਿਆਣੇ ਵੈਦ ਖਵਾ ਸਕਦੇ ਹੋ। ਜਿਤ दारू ਰੋਗ ਉੱਠੇ ਹੈ, ਤਨ ਸੁਖ ਵਸੈ ਆਏ। ਉੱਠੇ ਹੈ ਬਿੰਦੀ ਲਾ ਕੇ ਪੜਨਾ ਹੈ। ਉੱਠਿਆਂ ਦਾ ਮਤਲਬ ਉੱਠ ਜਾਣ, ਉਡਾਏ ਜਾ ਸਕਣ। ਜਿਤ दारू ਦਾ ਮਤਲਬ ਜਿਹੜੀ ਦਵਾਈ ਦੇ ਨਾਲ, ਤਨ ਦਾ ਮਤਲਬ ਤਨ ਵਿੱਚ, ਜਿਸ ਦਵਾਈ ਨਾਲ ਸਾਰੇ ਰੋਗ ਉਡਾਏ ਜਾ ਸਕਣ, ਖਤਮ ਕੀਤੇ ਜਾ ਸਕਣ ਔਰ ਸਰੀਰ ਦੇ ਅੰਦਰ ਸੁਖ ਆਣ ਕੇ ਵਸ ਜਾਏ, ਸਾਡੇ ਗਿਆਨ ਅੰਦਰੇ ਸੁਖੀ ਹੋ ਜਾਣ, ਬੰਦਾ ਮਨ ਤਨ ਕਰਕੇ ਸ਼ਾਂਤ ਹੋ ਜਾਏ ਔਰ ਅਕਾਮ, ਕ੍ਰੋਧ ਆਦਿਕ ਸਾਰੇ ਰੋਗ ਉੱਠ ਜਾਣ। ਕੋਈ ਐਸੀ ਦਵਾਈ ਲੱਭੋ ਜਿਹਦੇ ਕਰਕੇ ਰੋਗ ਉੱਠ ਜਾਣ, ਸਮਾਜ ਨਿਰੋਗ ਹੋ ਜਾਏ, ਬੰਦਾ ਨਿਰੋਗ ਹੋ ਜਾਏ, ਆ ਜਿਹੜੇ ਸਾਡੇ ਰਿਸ਼ਤੇ ਨਾਤੇ ਨੇ ਇਹ ਰੋਗਾਂ ਤੋਂ ਮੁਕਤ ਹੋ ਜਾਣ, ਅਸੀਂ ਆਪ ਰੋਗਾਂ ਤੋਂ ਮੁਕਤ ਹੋ ਜਾਈਏ, ਇਹ ਸੰਸਾਰ ਬੇਗਮ ਪੂਰਾ ਹੋ ਜਾਏ, ਇਹ ਸੰਸਾਰ ਸਮਾਜ ਤੰਦਰੁਸਤ ਹੋ ਸਕੇ।
ਰੋਗ ਗਵਾਏ ਹੈ ਆਪਣਾ, ਤਾਂ ਨਾਨਕ ਵੈਦ ਸਦਾਏ। ਗਵਾਹੇ ਨਹੀਂ ਪੜਨਾ, ਈੜੀ ਦੀ ਆਵਾਜ਼ ਵੀ ਆਉਣੀ ਚਾਹੀਦੀ ਹੈ ਤੇ ਹਾਹੇ ਦੀ ਸਿਹਾਰੀ ਨਾਲ ਬਿੰਦੀ ਲਗਾ ਕੇ ਗਵਾਏ ਹੈ। ਈੜੀ ਨੂੰ ਥੋੜਾ ਜਿਹਾ ਲਮਕਾ ਦੋਗੇ ਤਾਂ ਪਾਠ ਉਚਾਰਨ ਠੀਕ ਹੋ ਜਾਏਗਾ। ਰੋਗ ਗਵਾਏ ਹੈ ਆਪਣਾ, ਤਾਂ ਨਾਨਕ ਵੈਦ ਸਦਾਏ। ਗਵਾਏ ਹੈ ਦਾ ਮਤਲਬ ਜੇ ਤੂੰ ਦੂਰ ਕਰ ਲੈ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਇਹ ਵੈਦ, ਇਹ ਦੂਜਿਆਂ ਦੇ ਰੋਗਾਂ ਨੂੰ ਦੂਰ ਕਰਨ ਦਾ ਦਾਅਵਾ ਕਰਨ ਵਾਲੇ ਬੰਦੇ, ਪਹਿਲਾਂ ਤੂੰ ਆਪਣੇ ਰੋਗ ਨੂੰ ਗਵਾ ਲੈ। ਆਪਣੇ ਅੰਦਰੋਂ ਹਉਮੈ, ਹੰਕਾਰ, ਮੇਰ ਤੇਰ, ਜਾਤੀਵਾਦ ਦੇ ਵਿਤਕਰਿਆਂ ਨੂੰ ਖਤਮ ਕਰ, ਰੱਬ ਦੇ ਨਾਲੋਂ ਪਈ ਹੋਈ ਵਿੱਥ ਨੂੰ ਦੂਰ ਕਰ, ਤਾਂ ਤੂੰ ਵੈਦ ਸਦਵਾਨ ਦਾ ਹੱਕਦਾਰ ਹੈ। ਤੇ ਜੇ ਤੂੰ ਆਪਣਾ ਹੀ ਰੋਗ ਦੂਰ ਨਹੀਂ ਕੀਤਾ, ਆਪ ਤੂੰ ਆਤਮਕ ਮੌਤ ਤੇ ਮਰਿਆ ਹੋਇਆ ਹੈ, ਤਾਂ ਦੂਜਿਆਂ ਨੂੰ ਦਵਾਈ ਦੇਣ ਦਾ ਹੱਕ ਤਾਂ ਨਾ ਹੋਇਆ। ਅਵਰ ਉਪਦੇਸ਼ ਹੈ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ ਵਾਲੀ ਅਵਸਥਾ ਬਣੀ ਰਹੇਗੀ। ਪੌੜੀ। ਬ੍ਰਹਮਾ ਬਿਸ਼ਨ ਮਹੇਸ਼ ਦੇਵ ਉਪਾਇਆ। ਪ੍ਰਭੂ ਦੇ ਹੁਕਮ ਦੇ ਅੰਦਰ ਬ੍ਰਹਮਾ, ਵਿਸ਼ਨੂੰ, ਸ਼ਿਵ ਇਹ ਦੇਵ ਪੈਦਾ ਕੀਤੇ ਗਏ। ਮੀਨਸ ਕਿ ਸਾਰੇ ਜੋ ਦੇਵੀ ਦੇਵਤੇ ਨੇ ਉਹ ਰੱਬੀ ਹੁਕਮ ਦੇ ਅੰਦਰ ਨੇ। ਆਮ ਲੋਕਾਂ ਦੀ ਮਨੌਤ ਹੈ ਨਾ ਕਿ ਇਹ ਦੇਵੀ ਦੇਵਤੇ ਜਿਹੜੇ ਨੇ ਸੰਸਾਰ ਨੂੰ ਪੈਦਾ ਕਰਨ ਵਾਲੇ, ਚਲਾਉਣ ਵਾਲੇ, ਮਾਰਨ ਔਰ ਪਾਲਣ ਵਾਲੇ ਨੇ। ਗੁਰੂ ਜੀ ਕਹਿ ਰਹੇ ਨੇ ਨਹੀਂ ਪਿਆਰਿਓ, ਇਹ ਸਾਰੇ ਹੁਕਮ ਦੇ ਵਿੱਚ ਨੇ। ਬ੍ਰਹਮਾ ਵੀ, ਵਿਸ਼ਨੂੰ ਵੀ, ਮਹੇਸ਼ ਵੀ, ਸਾਰੇ ਰੱਬੀ ਰਜਾ ਦੇ ਵਿੱਚ ਨੇ। ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। ਬ੍ਰਹਮੇ ਦਿੱਤੇ ਵੇਦ ਦਾ ਮਤਲਬ ਕੁਦਰਤ ਨੇ ਬ੍ਰਹਮੇ ਨੂੰ ਵੇਦ ਦੇ ਦਿੱਤੇ। ਭਾਵ ਬ੍ਰਹਮਾ ਵੇਦਾਂ ਦਾ ਰਚੈਤਾ ਹੋ ਗਿਆ, ਉਹਨੂੰ ਇਹ ਗਿਆਨ ਮਿਲਿਆ, ਵੇਦਾਂ ਦਾ ਰਚੈਤਾ ਹੋਇਆ। ਪੂਜਾ ਲਾਇਆ ਤੇ ਲੋਕਾਂ ਪਾਸੋਂ ਇਹਨਾਂ ਦੀ ਪੂਜਾ ਦੱਸੀ, ਪੂਜਾ ਕਰਾਉਣ ਵਿੱਚ ਇਹਨੂੰ ਰੁੰਨ ਦਿੱਤਾ। ਕੁਦਰਤੀ ਨੇਮਾਂ ਅੰਦਰ ਬ੍ਰਹਮਾ ਨੂੰ ਵੇਦ ਮਿਲ ਗਏ ਔਰ ਵੇਦਾਂ ਦਾ ਕਰਤਾ ਬਣਾਇਆ ਤੇ ਲੋਕਾਂ ਪਾਸੋਂ ਇਹਨਾਂ ਦੀ ਪੂਜਾ ਕਰਾਉਣ ਵਿੱਚ ਲਗਾ ਦਿੱਤਾ। ਭਾਵ ਕਿ ਕਰਮਕਾਂਡ ਫੈਲ ਗਿਆ। 10 ਅਵਤਾਰੀ ਰਾਮ ਰਾਜਾ ਆਇਆ। ਜੋ ਸ਼ਬਦਾਰਥੀ ਵਿਦਵਾਨ ਨੇ, ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ 4 ਸੰਚੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ, ਇੱਕ ਪਾਸੇ ਬਾਣੀ ਔਰ ਦੂਜੇ ਪਾਸੇ ਔਖੇ ਸ਼ਬਦਾਂ ਦੇ ਅਰਥ, ਤਾਂ ਉਹ ਵਿਦਵਾਨ ਇਹਦਾ ਲਿਖ ਰਹੇ ਨੇ 10 ਅਵਤਾਰੀ ਰਾਮ ਰਾਜਾ ਆਇਆ ਬਾਰੇ। ਲਿਖ ਰਹੇ ਨੇ ਕਿ 10 ਅਵਤਾਰਾਂ ਵਿੱਚ ਵਰਤਦਾ ਇੱਕ ਰਾਮਚੰਦਰ ਯਾਨੀ ਵਿਸ਼ਨੂੰ ਹੋਇਆ ਹੈ, ਜਿਸ ਨੇ ਭੱਜ ਕੇ ਸਾਰੇ ਦੈਂਤਾਂ ਨੂੰ ਸੰਘਾਰਿਆ। ਇਹ ਸਭ ਕੁਝ ਹਰੀ ਦੇ ਹੁਕਮ ਵਿੱਚ ਹੋਇਆ। ਈਸ਼ ਮਹੇਸ਼ਰ ਆਦਿ ਜੋ 11 ਕਿਸਮ ਦੇ ਸ਼ਿਵ ਰੁਦਰ ਨੇ, ਉਹਨਾਂ ਵੀ ਉਹਦਾ ਅੰਤ ਨਹੀਂ ਪਾਇਆ। ਤਾਂ ਇਹ ਸਾਰੀ ਪੰਕਤੀ ਦੇ ਵਿੱਚ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਕੋਈ ਵੀ ਦੇਵੀ ਦੇਵਤਾ, ਪੀਰ, ਅਵਤਾਰ ਪ੍ਰਭੂ ਦਾ ਅੰਤ ਨਹੀਂ ਪਾ ਸਕਿਆ। ਜਿਸ ਦਾ ਅਰਥ ਭਾਈ ਸਾਹਿਬ ਸਿੰਘ ਜੀ ਕਰ ਰਹੇ ਨੇ, ਵਿਸ਼ਨੂੰ 10 ਅਵਤਾਰਾਂ ਵਿੱਚ ਰਾਜਾ ਰਾਮ ਆਦਿਕ ਰੂਪ ਧਾਰਦਾ ਰਿਹਾ। ਇਹ ਲੋਕਾਂ ਦੀ ਮਨੌਤ ਹੈ ਔਰ ਗੁਰੂ ਜੀ ਨੇ ਉਸ ਮਨੌਤ ਨੂੰ ਉਸੇ ਤਰ੍ਹਾਂ ਅੰਕਿਤ ਕੀਤਾ ਹੈ। ਦੈਂਤਾਂ ਮਾਰੇ ਧਾਏ, ਹੁਕਮ ਸੁਭਾਇਆ। ਇਹਨੂੰ ਦੈਤਾ ਨਹੀਂ ਪੜਨਾ, ਦੈਂਤਾਂ। ਦੈਂਤਾਂ ਦਾ ਮਤਲਬ ਦੈਂਤਾਂ ਨੂੰ, ਰਾਖਸ਼ਾਂ ਨੂੰ। ਹੁਕਮ ਦਾ ਮਤਲਬ ਹੁਕਮ ਵਿੱਚ, ਤੇ ਹੱਲੇ ਕਰਕੇ ਦੈਂਤਾਂ ਨੂੰ ਮਾਰਦਾ ਰਿਹਾ। ਇਹ ਸਾਰੇ ਅਵਤਾਰ ਪ੍ਰਭੂ ਦੇ ਹੁਕਮ ਵਿੱਚ ਸੀ। ਹੁਕਮ ਸਵਾਇਆ ਦਾ ਮਤਲਬ ਸਾਰੇ ਹੁਕਮ ਵਿੱਚ ਨੇ, ਹੁਕਮ ਤੋਂ ਬਾਹਰ ਨਹੀਂ ਹੈ। ਰਾਮਚੰਦਰ ਜੀ ਨੂੰ ਮੰਨਿਆ ਹੈ ਨਾ, ਉਹਨਾਂ ਨੇ ਦੈਂਤਾਂ ਦਾ ਸੰਹਾਰ ਕੀਤਾ ਸੀ। ਤਾਂ ਗੁਰੂ ਜੀ ਕਹਿੰਦੇ ਨੇ ਸਾਰਾ ਕੁਝ ਰੱਬੀ ਹੁਕਮ ਦੇ ਵਿੱਚ ਹੈ। ਈਸ ਮਹੇਸ਼ਰ ਸੇਵ ਤਿਨੀ ਅੰਤ ਨਾ ਪਾਇਆ। ਈਸ ਮਹੇਸ਼ਰ ਦਾ ਮਤਲਬ ਸ਼ਿਵ ਜੀ ਦੇ 11 ਅਵਤਾਰ। ਤਿਨੀ ਉਹਨਾਂ 11 ਸ਼ਿਵ ਅਵਤਾਰਾਂ ਨੇ। ਅੰਤ ਨਾ ਪਾਇਆ ਦਾ ਮਤਲਬ ਉਹਨਾਂ ਨੇ ਵੀ ਪ੍ਰਭੂ ਦਾ ਅੰਤ ਨਹੀਂ ਪਾਇਆ। ਸ਼ਿਵ ਦੇ ਜੋ 11 ਅਵਤਾਰ ਮੰਨੇ ਗਏ ਨੇ, ਉਹਨਾਂ ਨੇ ਵੀ ਪ੍ਰਭੂ ਦਾ ਅੰਤ ਨਹੀਂ ਪਾਇਆ। ਸੱਚੀ ਕੀਮਤ ਪਾਏ ਤਖਤ ਰਚਾਇਆ। ਸੱਚੀ ਕੀਮਤ ਯਾਨੀ ਸਦਾ ਅਟਲ ਰਹਿਣ ਵਾਲੇ ਮੁੱਲ ਵਾਲੀ ਕੀਮਤ, ਇਹ ਜਗਤ ਮਾਨੋ ਆਪਣਾ ਤਖਤ ਬਣਾਇਆ ਹੈ। ਸੱਚੀ ਕੀਮਤ ਦਾ ਮਤਲਬ ਸਦਾ ਰਹਿਣ ਵਾਲੀ ਕੀਮਤ, ਸੱਚ। ਯਾਨੀ ਪ੍ਰਭੂ ਦਾ ਜੋ ਤਖਤ ਹੈ ਉਹ ਸੱਚ ਹੈ। ਯਾਨੀ ਸੱਚ ਦੇ ਆਸਣ ਤੇ ਰੱਬ ਬਹਿੰਦਾ ਹੈ। ਜਿੱਥੇ ਸदैवी ਸੱਚ ਹੈ ਉੱਥੇ ਪ੍ਰਭੂ ਆਪ ਹੈ, ਕਿਉਂਕਿ ਸੱਚ ਹੀ ਰੱਬ ਦਾ ਤਖਤ। ਦੁਨੀਆ ਧੰਦੇ ਲਾਏ ਆਪ ਛਪਾਇਆ। ਜੀਵਾਂ ਨੂੰ ਧੰਦਿਆਂ ਦੇ ਵਿੱਚ ਲਾਇਆ ਤੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ। ਛਪਾਇਆ ਦਾ ਮਤਲਬ ਕਿ ਆਪ ਹੀ ਸਾਰਿਆਂ ਦੇ ਵਿੱਚ ਛਿਪਿਆ ਹੋਇਆ ਹੈ, ਆਪ ਹੀ ਅੰਦਰ ਲੁਕਿਆ ਹੋਇਆ ਹੈ। ਲੁਕਿਆ ਹੋਇਆ ਦਾ ਮਤਲਬ ਪ੍ਰਗਟ ਨਹੀਂ ਹੈ। ਜਿੰਨੇ ਵੀ ਧੰਦਿਆਂ ਵਿੱਚ ਲੋਕ ਲੱਗੇ ਨੇ ਨਾ,
ਜੰਜਾਲਾਂ ਵਿੱਚ ਫਸੇ ਨੇ, ਇਹਨਾਂ ਸਾਰਿਆਂ ਦੇ ਅੰਦਰ ਰੱਬ ਹੈ, ਰੱਬੀ ਗੁਣ ਨੇ। ਹੁਣ ਮੈਂ ਝੂਠ ਫਰੇਬ ਵਿੱਚ ਪਿਆ ਹੋਇਆ ਹਾਂ ਤਾਂ ਇਹ ਮੇਰੀ ਭੁੱਲ ਹੈ। ਮੇਰੇ ਅੰਦਰ ਸਤ ਸੰਤੋਖ ਦਇਆ ਧਰਮ ਹੈ ਤਾਂ ਦੁਨੀਆ ਧੰਦੇ ਵਿੱਚ ਲੱਗੀ ਹੈ। ਪ੍ਰਭੂ ਸਾਰਿਆਂ ਦੇ ਅੰਦਰ ਅਪ੍ਰਗਟ ਰੂਪ ਦੇ ਅੰਦਰ ਮੌਜੂਦ ਹੈ। ਧਰਮ ਕਰਾਏ ਕਰਮ ਤੁਰੋਂ ਫੁਰਮਾਇਆ। ਇੱਥੇ ਧਰਮ ਦਾ ਮਤਲਬ ਹੈ ਹੁਕਮ, ਕਰਾਏ ਕਰਮ ਦਾ ਮਤਲਬ ਹੁਕਮ ਕਰਮ ਕਰਾ ਰਿਹਾ ਹੈ, ਹੁਕਮ ਵਿੱਚ ਜੀਵ ਕਰਮ ਕਰ ਰਹੇ ਨੇ। ਧੁਰੋਂ ਫਰਮਾਇਆ ਦਾ ਮਤਲਬ ਇਹ ਧੁਰੋਂ ਹੀ ਫਰਮਾਨ ਹੈ। ਧੁਰੋਂ ਦਾ ਮਤਲਬ ਸ਼ੁਰੂ ਤੋਂ, ਫਰਮਾਨ ਦਾ ਮਤਲਬ ਹੁਕਮ ਹੈ। ਤਾਂ ਧੁਰੋਂ ਹੀ ਪ੍ਰਭੂ ਦਾ ਫਰਮਾਨ ਹੈ ਕਿ ਇਹ ਜੋ ਹੁਕਮ ਹੈ ਜੀਵਾਂ ਪਾਸੋਂ ਕਰਮ ਕਰਾ ਰਿਹਾ ਹੈ। ਇੱਥੇ ਧਰਮ ਦਾ ਮਤਲਬ ਧਰਮਰਾਜ ਨਹੀਂ ਹੈ। ਇੱਥੇ ਧਰਮ ਦਾ ਮਤਲਬ ਹੈ ਕੁਦਰਤ ਦਾ ਜੋ ਬਜਵਾ ਨਿਯਮ ਹੈ। ਜਿਵੇਂ ਆਪਾਂ ਪੜਿਆ ਸੀ ਨਾ ਕਿ ਧਰਮ ਦਾ ਮਤਲਬ ਕੁਦਰਤ ਦਾ ਬਜਵਾ ਨਿਯਮ। ਤਾਂ ਕੁਦਰਤ ਦਾ ਜੋ ਬਜਵਾ ਨਿਯਮ ਹੈ ਉਹ ਸਾਰੇ ਸੰਸਾਰ ਤੋਂ ਕਰਮ ਕਰਾ ਰਿਹਾ ਹੈ। ਤਾਂ ਜੋ ਪਿੱਛੇ ਦੇਵੀ ਦੇਵਤੇ ਅਵਤਾਰ ਆਦਿਕ ਗਿਣੇ ਗਏ ਨੇ, ਗੁਰੂ ਜੀ ਅਖੀਰ ਦੇ ਅੰਦਰ ਸਾਨੂੰ ਇਹ ਸਮਝਾ ਰਹੇ ਨੇ ਕਿ ਇੱਥੇ ਹਰ ਸ਼ੈ ਹੁਕਮ ਦੇ ਅੰਦਰ ਹੈ, ਰਜ਼ਾ ਦੇ ਅੰਦਰ ਹੈ। ਜੋ ਕੁਦਰਤ ਦੀ ਨਿਯਮਾਵਲੀ ਹੈ ਉਹਦੇ ਅੰਦਰ ਹੈ। ਉਸ ਹੁਕਮ ਤੋਂ, ਰਜ਼ਾ ਤੋਂ, ਭਾਣੇ ਤੋਂ ਬਾਹਰ ਕੁਝ ਵੀ ਨਹੀਂ ਹੈ। ਇਸ ਲਈ ਸਾਨੂੰ ਚਾਹੀਦਾ ਹੈ ਰੱਬੀ ਰਜ਼ਾ, ਭਾਣੇ ਔਰ ਹੁਕਮ ਦੇ ਅੰਦਰ ਜ਼ਿੰਦਗੀ ਜੀਵੀ ਜਾਏ, ਜਿਸ ਕਰਕੇ ਇਹ ਜੀਵਨ ਸਫਲ ਔਰ ਸੁਚੱਜਾ ਹੋ ਸਕੇ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦਿਆਂ ਦੀ, ਅੱਜ ਦੀ ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੈ ਤਾਂ ਉਹ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਵਿਊਜ਼ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।